ਹੁਣ ਤੱਕ ਮੈਂ ਜਿਵੇਂ 28 ਇੰਟਰਨੈਸ਼ਨਲ ਮੈਡਲ ਵਨ ਕੀਤੇ ਨੇ ਤੇ ਜਿਹੜੇ ਸਾਰੇ ਮੈਡਲ ਨੇ ਸਾਰੇ ਮੈਂ ਆਊਟ ਆਫ ਇੰਡੀਆ ਜਾ ਕੇ ਵਨ ਕੀਤੇ ਨੇ, ਜਿਨ੍ਹਾਂ ਦੇ ਵਿੱਚ ਮੈਂ ਲਾਈਕ ਸਾਊਥ ਅਫਰੀਕਾ, ਸਪੇਨ, ਇਟਲੀ, ਡੈਨਮਾਰਕ, ਇੰਗਲੈਂਡ, ਆਸਟਰੀਆ, ਲੁਥਿਆਨੀਆ, ਕੁਵੈਤ, ਇੱਦਾਂ ਵੱਖ-ਵੱਖ ਕੰਟਰੀਆਂ ਦੇ ਵਿੱਚ ਕੰਪੀਟ ਕੀਤਾ, ਇੰਡੀਆ ਨੂੰ ਰਿਪਰੈਜ਼ੈਂਟ ਕੀਤਾ। ਬੋਡੀ ਬਿਲਡਿੰਗ ਬੜੀ ਇੱਕ ਸਲੋ ਐਂਡ ਸਟੱਡੀ ਵਾਲੀ ਗੇਮ ਆ। ਤੁਸੀਂ ਇਸ ਗੇਮ ਦੇ ਵਿੱਚ ਇਮੀਡੀਏਟਲੀ ਵੀ ਰਿਜ਼ਲਟ ਕਦੀ ਨਹੀਂ ਪਾ ਸਕਦੇ। ਸੋ ਤੁਹਾਡਾ ਬੋਡੀ ਦੀ ਸਿਮੈਟਰੀ, ਸਾਈਜ਼ ਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਆ। ਤੁਹਾਡਾ ਹਾਈਟ ਉਹਦੇ ਅਕੋਰਡਿੰਗ ਤੁਹਾਡਾ ਵੇਟ ਦਾ ਹੋਣਾ ਬਹੁਤ ਜ਼ਰੂਰੀ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਕੇ ਜਦੋਂ ਤੁਸੀਂ ਪਰਫੋਰਮ ਕਰਦੇ ਹੋ, ਠੀਕ ਹੈ ਜੀ, ਉਸ ਤੋਂ ਬਾਅਦ ਤੁਹਾਡਾ ਕੰਪੀਟੀਸ਼ਨ ਦੁਨੀਆ ਦੇ ਵੱਖ-ਵੱਖ ਐਥਲੀਟ ਦੇ ਨਾਲ ਹੁੰਦਾ। ਸੋ ਜਿਹੜੇ ਵੀ ਐਥਲੀਟ ਦੀ ਪਰਫੋਰਮੈਂਸ ਵਧੀਆ ਹੁੰਦੀ ਆ, ਉਸ ਕੈਟਾਗਰੀ ਦੇ ਵਿੱਚ ਉਸ ਅਕੋਰਡਿੰਗਲੀ ਪੋਜੀਸ਼ਨ ਹਾਸਲ ਕਰਦਾ। ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਨੂੰ ਮੈਂ ਆਪਣਾ ਸਾਰਾ ਡਾਟਾ ਭੇਜਿਆ ਸੀ। ਸੋ ਉਹਨਾਂ ਨੇ ਮੇਰੀ ਅਚੀਵਮੈਂਟਸ ਨੂੰ ਐਜ਼ ਏ ਵਰਲਡ ਰਿਕਾਰਡ ਦਰਜ ਕੀਤਾ ਹੈ। ਇੰਟਰਨੈਸ਼ਨਲ ਲੈਵਲ 'ਤੇ ਮੇਰੇ ਕੋਲ 28 ਮੈਡਲਸ ਨੇ। ਇਸ ਨੂੰ ਇੱਕ ਵਰਲਡ ਰਿਕਾਰਡ ਦਰਜ ਕੀਤਾ ਗਿਆ। ਸੋ ਮੇਰੇ ਲਈ, ਮੇਰੇ ਸਮਾਜ ਲਈ, ਮੇਰੇ ਆਲੇ ਦੁਆਲੇ, ਮੇਰੇ ਪਰਿਵਾਰ ਲਈ ਬੜੀ ਖੁਸ਼ੀ ਵਾਲੀ ਗੱਲ ਆ। ਮੇਰੇ ਆਪਣੇ ਆਪ ਨੂੰ ਇੱਕ ਬੜਾ ਫਖਰ ਮਹਿਸੂਸ ਹੁੰਦਾ, ਮਾਣ ਮਹਿਸੂਸ ਹੁੰਦਾ ਵੀ ਮੈਂ ਹੁਣ ਤੱਕ ਇੰਨੀ ਮਿਹਨਤ ਕਰ ਰਿਹਾ ਸੀ ਅਤੇ ਅੱਜ ਮੈਨੂੰ ਇੱਕ ਉਸ ਚੀਜ਼ ਦਾ ਇੱਕ ਵੱਖਰਾ ਖਿਤਾਬ ਮਿਲਿਆ, ਜਿਹੜਾ ਮੈਨੂੰ ਇੱਕ ਸਾਰੀ ਜ਼ਿੰਦਗੀ ਲਈ ਇੱਕ ਵੱਖਰੀ ਪਛਾਣ ਦੇਵੇਗਾ। ਜਿਵੇਂ ਕਿ ਅਸੀਂ ਜਿਮ 'ਚ ਜਾਣਾ, ਅਸੀਂ ਇਹੋ ਸੋਚਣਾ ਵੀ ਯਾਰ ਮੈਂ ਵੀ ਕਿਸੇ ਦਿਨ ਆਰਨੋਲਡ ਨੂੰ ਮਿਲੂੰਗਾ। ਫਿਰ ਆਰਨੋਲਡ ਨੇ ਆਪਣੇ ਨਾਮ ਦੇ ਉੱਤੇ ਆਰਨੋਲਡ ਕਲਾਸਿਕ ਸਪੋਰਟਸ ਫੈਸਟੀਵਲ ਪੂਰੇ ਵਰਲਡ 'ਚ ਕਰਵਾਉਣਾ ਸ਼ੁਰੂ ਕੀਤਾ। ਸੋ ਐਮੇਚਰ ਓਲੰਪੀਆ ਅਤੇ ਆਰਨੋਲਡ ਕਲਾਸਿਕ ਵਰਲਡ ਦੇ ਦੋ ਸਭ ਤੋਂ ਰਿਨਾਊਂਡ ਈਵੈਂਟ ਨੇ, ਜਿਹਦੇ ਵਿੱਚ ਹਰ ਬਾਡੀ ਬਿਲਡਰ ਜਾ ਕੇ ਕੰਪੀਟ ਕਰਨਾ ਚਾਹੁੰਦਾ ਅਤੇ ਉਹਨੂੰ ਵਨ ਕਰਨਾ ਚਾਹੁੰਦਾ। ਸੋ ਮੈਂ ਸ਼ੁਰੂ ਤੋਂ ਇਹਨਾਂ ਦੋਨਾਂ ਈਵੈਂਟਸ ਨੂੰ ਟਾਰਗੇਟ ਰੱਖਿਆ ਸੀ। ਸੋ ਹੁਣ ਤੱਕ ਜਿਵੇਂ ਐਮੇਚਰ ਓਲੰਪੀਆ 'ਚ ਮੇਰੇ ਕੋਲ 16 ਮੈਡਲ ਨੇ ਅਤੇ ਆਰਨੋਲਡ ਕਲਾਸਿਕ 'ਚ ਮੈਂ ਹੁਣ ਤੱਕ 6 ਮੈਡਲ ਵਨ ਕਰ ਚੁੱਕਿਆ। ਸੋ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਆ ਵੀ ਮੈਂ ਆਪਣੇ ਆਈਡਲਸ ਨੂੰ, ਜੋ ਮੈਂ ਮੰਨ ਕੇ ਚੱਲਿਆ ਸੀ, ਜੋ ਉਹਨਾਂ ਨੂੰ ਦੇਖ ਕੇ ਮੈਨੂੰ ਮੋਟੀਵੇਸ਼ਨ ਹੋਈ, ਮੈਂ ਅੱਜ ਉਸ ਅਚੀਵਮੈਂਟ, ਉਸ ਲੈਵਲ ਨੂੰ ਅਚੀਵ ਕਰ ਲਿਆ। ਠੀਕ ਹੈ ਜੀ, ਮੇਰੇ ਲਈ ਵੀ ਬੜੀ ਮਾਣ ਦੀ ਗੱਲ ਆ। ਬਾਕੀ ਮੇਰੇ ਸਾਥ ਦੇਣ ਵਾਲਿਆਂ ਦਾ ਸਭ ਤੋਂ ਵੱਡਾ ਰੋਲ ਹੈ ਇਹਦੇ ਵਿੱਚ। ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ, ਸਾਰਿਆਂ ਦੇ ਹਾਲਾਤ ਜਿਹੜੇ ਨੇ ਜੱਗ ਜ਼ਾਹਿਰ ਨੇ। ਠੀਕ ਹੈ ਜੀ, ਮੀਨਸ ਇੱਥੇ ਟੈਲੈਂਟ ਨੂੰ ਕੋਈ ਨਹੀਂ ਪੁੱਛਦਾ। ਸੋ ਮੈਨੂੰ ਵੀ ਇਹੋ ਹੀ ਸੀ ਵੀ ਜੇ ਮੈਂ ਕਿਸੇ ਕੋਲੋਂ ਹੈਲਪ ਦੀ ਜੇ ਗੁੰਜਾਇਸ਼ ਰੱਖਦਾ ਅਤੇ ਮੈਨੂੰ ਪਤਾ ਉਹ ਸਿਰਫ ਇੱਕ ਸੁਪਨਾ ਹੀ ਰਹਿ ਜਾਣਾ। ਸੋ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਆਪਣੇ ਕਾਰੋਬਾਰ ਦੇ ਵਿੱਚ ਸੈਟਲ ਕੀਤਾ। ਮੈਨੂੰ ਪਹਿਲਾਂ ਇਹੋ ਹੀ ਸੀ ਵੀ ਮੈਂ ਆਪਣੇ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਸਟਰੋਂਗ ਕਰਾਂ, ਤਾਂ ਜੋ ਮੈਂ ਆਪਣੀ ਗੇਮ ਨੂੰ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਜਾਵਾਂ। ਸੋ ਉਸੇ ਅਕੋਰਡਿੰਗਲੀ ਮੈਂ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਆਪਣੇ ਕਾਰੋਬਾਰ ਤੋਂ। ਫਿਰ ਮੇਰੇ ਪੇਰੈਂਟਸ ਨੇ ਮੇਰੀ ਫਾਈਨੈਂਸ਼ੀਅਲੀ ਸਪੋਰਟ ਕੀਤੀ। ਠੀਕ ਹੈ ਜੀ, ਸਰਕਾਰ ਤੋਂ ਤਾਂ ਕੋਈ ਉਮੀਦ ਨਹੀਂ ਹੈ, ਬਟ ਇਹ ਆ ਵੀ ਫਿਰ ਵੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਇੱਕ ਐਪਰੀਸ਼ੀਏਸ਼ਨ ਵੀ ਕਦੀ ਨਹੀਂ ਮਿਲੀ ਮੈਨੂੰ, ਵੀ ਮੈਂ ਪੰਜਾਬ ਦਾ ਨਾਮ, ਇੰਡੀਆ ਦਾ ਨਾਮ ਪੂਰੇ ਵਰਲਡ ਦੇ ਵਿੱਚ ਫੇਮਸ ਕੀਤਾ। ਮੈਂ ਕਈ ਵਾਰ ਬਾਹਰ ਜਾ ਕੇ ਕੰਪੀਟ ਕਰਦਾ। ਮੈਨੂੰ UK ਦੇ ਵਿੱਚ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਮੀਨਸ ਮੈਨੂੰ ਇੰਨਾ ਕਿ ਜ਼ਿਆਦਾ ਮੋਟੀਵੇਟ ਕਰਦੇ ਨੇ, ਆਪਣਾ ਪ੍ਰਾਊਡ ਫੀਲ ਕਰਦੇ ਨੇ ਉਹ। ਜਦ ਕਿ ਸਾਡੇ ਅਸੀਂ ਇੱਥੇ ਦੇਖੀਏ ਤਾਂ ਸਾਡੇ ਇੱਥੋਂ ਦੇ ਲੋਕਲਜ਼ ਸਾਡੇ ਕੋਈ ਸਪੋਰਟ ਨਹੀਂ ਕਰਦਾ ਇੱਥੇ ਕਿਸੇ ਨੂੰ। ਮੈਂ ਨੌਜਵਾਨਾਂ ਨੂੰ ਇਹੀ ਕਹੂੰਗਾ, ਤੁਸੀਂ ਜਿਹੜੀ ਵੀ ਗੇਮ 'ਚ ਇੰਟਰਸਟਿਡ ਹੋ, ਠੀਕ ਹੈ ਜੀ, ਉਹਨੂੰ ਐਜ਼ ਏ ਸ਼ੌਂਕੀਆ ਤੌਰ 'ਤੇ ਜ਼ਰੂਰ ਕਰੋ। ਡੇਲੀ ਆਪਣੀ ਗੇਮ ਨੂੰ ਟਾਈਮ ਦੇਵੋ। ਠੀਕ ਹੈ, ਇੱਕ ਗੇਮ ਖੇਡਣ ਵਾਲਾ ਬੰਦਾ ਹਮੇਸ਼ਾ ਪੋਜ਼ੀਟਿਵ ਹੀ ਸੋਚਦਾ। ਉਹ ਹਮੇਸ਼ਾ ਆਪਣੇ ਆਪ ਨੂੰ ਪੋਜ਼ੀਟਿਵ ਮਾਹੌਲ 'ਚ ਹੀ ਰੱਖਣਾ ਚਾਹੂਗਾ। ਉਹ ਹਮੇਸ਼ਾ ਚੰਗਾ ਖਾਣਾ ਹੀ ਖਾਣਾ ਚਾਹੂਗਾ। ਬਾਕੀ ਜਿੰਨੇ ਵੀ ਯੰਗਸਟਰ ਅੱਜ ਦੀ ਡੇਟ ਦੇ ਵਿੱਚ ਆਪਣੀ ਬਾਡੀ ਨੂੰ ਬਣਾਉਣਾ ਚਾਹੁੰਦੇ ਨੇ, ਠੀਕ ਹੈ ਜੀ, ਜਿਹੜੇ ਜਿੰਮਾਂ 'ਚ ਜਾਂਦੇ ਨੇ, ਆਪਣੇ ਵੱਲੋਂ ਪੂਰੀ ਮਿਹਨਤ ਵੀ ਕਰਦੇ ਨੇ, ਠੀਕ ਹੈ ਜੀ, ਬਟ ਉਹ ਬਾਡੀ ਨਹੀਂ ਬਣਾ ਪਾ ਰਹੇ। ਉਹਦਾ ਰੀਜ਼ਨ ਹੈ ਉਹਨਾਂ ਦੀ ਸੈਲਫ ਐਜੂਕੇਸ਼ਨ। ਤੁਸੀਂ ਬਾਡੀ ਬਿਲਡ ਕਰਨੀ ਹੈ, ਤੁਹਾਨੂੰ ਬੇਸਿਕ ਟ੍ਰੇਨਿੰਗ ਦੀ ਨੌਲੇਜ ਹੋਣੀ ਚਾਹੀਦੀ ਹੈ, ਤੁਹਾਨੂੰ ਬੇਸਿਕ ਡਾਈਟ ਦੀ ਨੌਲੇਜ ਹੋਣੀ ਚਾਹੀਦੀ ਆ। ਜਦੋਂ ਤੁਸੀਂ ਸੈਲਫ ਐਜੂਕੇਟ ਹੋ ਜਾਓਗੇ, ਤੁਸੀਂ ਕਦੇ ਵੀ ਗਲਤ ਟ੍ਰੇਨਿੰਗ ਨਹੀਂ ਕਰੋਗੇ, ਕਦੇ ਵੀ ਗਲਤ ਡਾਈਟ ਨਹੀਂ ਖਾਓਗੇ। ਸਤਿ ਸ਼੍ਰੀ ਅਕਾਲ। ਪੰਜਾਬ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ। ਦੋਸਤੋ, ਤੁਹਾਡੀ ਮੁਲਾਕਾਤ ਅੱਜ ਅਸੀਂ ਅਮਨਦੀਪ ਸਿੰਘ ਜੀ ਨਾਲ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਕਿ ਆਪਣਾ ਨਾਮ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਕਰਵਾਇਆ ਹੈ।
ਦੱਸ ਦਈਏ ਕਿ ਇਹਨਾਂ ਵੱਲੋਂ ਵਿਦੇਸ਼ੀ ਧਰਤੀ ਦੇ ਉੱਤੇ ਜਾ ਕੇ ਗੋਰਿਆਂ ਨੂੰ ਚਿੱਤ ਕਰਕੇ 28 ਬੋਡੀ ਬਿਲਡਿੰਗ ਦੇ ਵਿੱਚ ਮੈਡਲ ਜਿੱਤ ਕੇ ਆਪਣੇ ਦੇਸ਼ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ। ਸੋ ਸਾਡੇ ਨਾਲ ਅਮਨਦੀਪ ਜੀ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਅਮਨ ਜੀ, ਸਵਾਗਤ ਹੈ ਜੀ ਪੰਜਾਬ ਨਿਊਜ਼ 'ਚ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਮਨ ਜੀ, ਕਦੋਂ ਸ਼ੁਰੂਆਤ ਹੁੰਦੀ ਹੈ ਤੁਹਾਡੇ ਬੋਡੀ ਬਿਲਡਿੰਗ ਕੈਰੀਅਰ ਦੀ? ਔਰ ਕੁਝ ਦਿਨ ਪਹਿਲਾਂ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਕਿ ਤੁਸੀਂ ਬੁੱਕ ਦੇ ਵਿੱਚ ਨਾਮ ਦਰਜ ਕਰਵਾ ਚੁੱਕੇ ਹੋ, ਕਿੰਨੀ ਕੁ ਖੁਸ਼ੀ ਮਿਲੀ ਔਰ ਕਿੰਨੇ ਸਮੇਂ ਤੋਂ ਜਿਹੜਾ ਤੁਸੀਂ ਇਸ ਗੇਮ ਨੂੰ ਕਰਦੇ ਆ ਰਹੇ ਹੋ? ਜਿੱਦਾਂ ਕਿ ਮੇਰਾ ਅੱਜ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਨੇ ਵਰਲਡ ਰਿਕਾਰਡ 'ਚ ਦਰਜ ਕੀਤਾ ਹੈ। ਹੁਣ ਤੱਕ ਮੈਂ ਜਿਵੇਂ 28 ਇੰਟਰਨੈਸ਼ਨਲ ਮੈਡਲ ਵਨ ਕੀਤੇ ਨੇ, ਅਤੇ ਜਿਹੜੇ ਸਾਰੇ ਮੈਡਲ ਨੇ ਸਾਰੇ ਮੈਂ ਆਊਟ ਆਫ ਇੰਡੀਆ ਜਾ ਕੇ ਵਨ ਕੀਤੇ ਨੇ, ਜਿਨ੍ਹਾਂ ਦੇ ਵਿੱਚ ਮੈਂ ਲਾਈਕ ਸਾਊਥ ਅਫਰੀਕਾ, ਸਪੇਨ, ਇਟਲੀ, ਡੈਨਮਾਰਕ, ਇੰਗਲੈਂਡ, ਆਸਟਰੀਆ, ਲੁਥਿਆਨੀਆ, ਕੁਵੈਤ, ਇੱਦਾਂ ਵੱਖ-ਵੱਖ ਕੰਟਰੀਆਂ ਦੇ ਵਿੱਚ ਕੰਪੀਟ ਕੀਤਾ, ਇੰਡੀਆ ਨੂੰ ਰਿਪਰੈਜ਼ੈਂਟ ਕੀਤਾ। ਸੋ ਜੇ ਬੋਡੀ ਬਿਲਡਿੰਗ ਦੀ ਗੱਲ ਕਰੀਏ ਤਾਂ ਇਹ ਇੱਕ ਬੜੀ ਲੰਬੀ ਜਰਨੀ ਆ ਮੇਰੀ। ਮੈਂ ਬੋਡੀ ਬਿਲਡਿੰਗ ਆਪਣੇ ਕਾਲਜ ਟਾਈਮ ਦੇ ਵਿੱਚ ਸ਼ੁਰੂ ਕੀਤੀ ਸੀ, BA ਫਸਟ ਈਅਰ ਦੇ ਵਿੱਚ। BA ਸੈਕਿੰਡ ਈਅਰ ਦੇ ਵਿੱਚ ਮੈਂ ਆਪਣੀ ਕਾਲਜ ਦੀ ਟੀਮ ਦੇ ਵਿੱਚ ਆ ਗਿਆ ਸੀ। ਸੋ ਡਿਊਰਿੰਗ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਮੈਂ MA ਪੰਜਾਬੀ ਖਾਲਸਾ ਕਾਲਜ ਤੋਂ ਕੀਤੀ ਹੈ। ਸੋ ਮੈਂ ਕਾਲਜ ਟਾਈਮ ਦੇ ਵਿੱਚ ਬੋਡੀ ਬਿਲਡਿੰਗ ਕੀਤੀ ਆ। ਉਸ ਦੌਰਾਨ ਮੈਂ ਆਪਣੇ ਇੰਟਰ ਕਾਲਜ ਦੇ ਵਿੱਚ ਦੋ ਵਾਰ ਗੋਲਡ ਮੈਡਲ ਵਨ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮੈਂ ਰਿਪਰੈਜ਼ੈਂਟ ਕੀਤਾ ਆਲ ਇੰਡੀਆ ਇੰਟਰਵਰਸਿਟੀ ਦੇ ਵਿੱਚ। ਫਿਰ ਮੈਂ ਸਟੇਟ ਚੈਂਪੀਅਨਸ਼ਿਪ 5 ਵਾਰ ਗੋਲਡ ਮੈਡਲ ਜਿੱਤੇ। ਉਸ ਤੋਂ ਇਲਾਵਾ ਕਈ ਉੱਥੇ ਇਵੈਂਟ ਓਪਨ ਡਿਸਟ੍ਰਿਕਟ ਲੈਵਲ ਦੇ ਜਿਵੇਂ ਖੇਡੇ ਸੀ। ਬਟ ਮੇਰੇ ਮਨ ਦੇ ਵਿੱਚ ਸ਼ੁਰੂ ਤੋਂ ਇੱਕ ਚਾਅ ਸੀ ਇੰਟਰਨੈਸ਼ਨਲ ਲੈਵਲ 'ਤੇ ਕੰਪੀਟ ਕਰਨ ਦਾ। ਸੋ ਉਸ ਟਾਈਮ 'ਤੇ ਇੰਨੇ ਸੋਰਸਿਸ ਨਹੀਂ ਸੀ, ਇੰਨੀ ਨੌਲੇਜ ਨਹੀਂ ਸੀ, ਅਤੇ ਕੁਝ ਕਾਰੋਬਾਰ ਦੇ ਵਿੱਚ ਆਉਣ ਕਰਕੇ ਮੈਨੂੰ ਆਪਣੀ ਗੇਮ ਨੂੰ ਛੱਡਣਾ ਪਿਆ। ਸੋ 2006 ਤੱਕ ਮੈਂ 3 ਤੋਂ 4 ਸਾਲ ਗੇਮ ਕੀਤੀ। ਉਸ ਤੋਂ ਬਾਅਦ ਫਿਰ ਮੈਂ ਆਪਣੇ ਕਾਰੋਬਾਰ 'ਚ ਆ ਗਿਆ। 2010 ਤੱਕ ਮੈਂ ਆਪਣੇ ਕਾਰੋਬਾਰ 'ਚ ਸੈਟਲ ਹੋ ਗਿਆ ਸੀ। ਸੋ ਮੈਂ ਸੋਚਿਆ ਵੀ ਮੈਂ ਆਪਣਾ ਡਰੀਮ ਆਪਣਾ ਪੂਰਾ ਕਰਨਾ, ਆਪਣੀ ਗੇਮ ਨੂੰ ਦੁਬਾਰਾ ਸ਼ੁਰੂ ਕਰਨਾ। ਸੋ ਇੰਟਰਨੈਸ਼ਨਲ ਖੇਡਣ ਵਾਸਤੇ ਤੁਹਾਨੂੰ ਫਾਈਨੈਂਸਿਸ ਦੀ ਬਹੁਤ ਜ਼ਰੂਰਤ ਪੈਂਦੀ ਹੈ, ਬਿਕੋਜ਼ ਇੰਟਰਨੈਸ਼ਨਲ ਖੇਡਣ ਲਈ ਤੁਹਾਨੂੰ ਦੂਸਰੀ ਧਰਤੀ 'ਤੇ ਜਾ ਕੇ ਲਾਈਕ ਕਾਫੀ ਖਰਚਾ ਕਰਨਾ ਪੈਂਦਾ ਕੰਪੀਟ ਕਰਨ ਵਾਸਤੇ। ਏਅਰ ਟਿਕਟਸ, ਵੀਜ਼ਾ, ਰਹਿਣ ਸਹਿਣ ਦਾ ਸਾਰਾ ਕੁਝ ਦੇਖਣਾ ਪੈਂਦਾ। ਸੋ ਇਸੇ ਦੌਰਾਨ ਮੈਂ 2011 ਦੇ ਵਿੱਚ ਇੰਗਲੈਂਡ ਜਾ ਕੇ ਆਪਣਾ ਪਰਸਨਲ ਟ੍ਰੇਨਰ ਦਾ, ਬੇਸਿਕ ਟ੍ਰੇਨਿੰਗ ਦਾ, ਨਿਊਟ੍ਰੀਸ਼ਨ ਦਾ ਕੋਰਸ ਕੀਤਾ। ਮੈਂ ਬੋਡੀ ਬਿਲਡਿੰਗ ਦੀਆਂ ਸਾਰੀਆਂ ਬੇਸਿਕਸ ਚੀਜ਼ਾਂ ਨੂੰ ਪਹਿਲਾਂ ਲਰਨ ਕੀਤਾ, ਫਿਰ ਉਹਨਾਂ ਦੇ ਉੱਤੇ ਕੰਮ ਕੀਤਾ। ਲਗਾਤਾਰ ਮੈਂ 3 ਤੋਂ 4 ਸਾਲ 5 ਸਾਲ ਤੱਕ ਮੈਂ ਆਪਣੇ ਬੇਸਿਕਸ ਬੋਡੀ ਸਟਰਕਚਰ ਨੂੰ ਇੰਪਰੂਵ ਕੀਤਾ। ਸੋ ਬੋਡੀ ਬਿਲਡਿੰਗ ਬੜੀ ਇੱਕ ਸਲੋ ਐਂਡ ਸਟੱਡੀ ਵਾਲੀ ਗੇਮ ਆ। ਤੁਸੀਂ ਇਸ ਗੇਮ ਦੇ ਵਿੱਚ ਇਮੀਡੀਏਟਲੀ ਵੀ ਰਿਜ਼ਲਟ ਕਦੀ ਨਹੀਂ ਪਾ ਸਕਦੇ। ਸੋ ਤੁਹਾਡਾ ਬੋਡੀ ਦੀ ਸਿਮੈਟਰੀ, ਸਾਈਜ਼ ਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਆ। ਤੁਹਾਡਾ ਹਾਈਟ ਉਹਦੇ ਅਕੋਰਡਿੰਗ ਤੁਹਾਡਾ ਵੇਟ ਦਾ ਹੋਣਾ ਬਹੁਤ ਜ਼ਰੂਰੀ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਕੇ ਜਦੋਂ ਤੁਸੀਂ ਪਰਫੋਰਮ ਕਰਦੇ ਹੋ, ਠੀਕ ਹੈ ਜੀ, ਉਸ ਤੋਂ ਬਾਅਦ ਤੁਹਾਡਾ ਕੰਪੀਟੀਸ਼ਨ ਦੁਨੀਆ ਦੇ ਵੱਖ-ਵੱਖ ਐਥਲੀਟਸ ਦੇ ਨਾਲ ਹੁੰਦਾ। ਸੋ ਜਿਹੜੇ ਵੀ ਐਥਲੀਟ ਦੀ ਪਰਫੋਰਮੈਂਸ ਵਧੀਆ ਹੁੰਦੀ ਆ, ਉਸ ਕੈਟਾਗਰੀ ਦੇ ਵਿੱਚ ਉਸ ਅਕੋਰਡਿੰਗਲੀ ਪੋਜੀਸ਼ਨ ਹਾਸਲ ਕਰਦਾ। ਸੋ ਇਹ ਗੇਮ ਬੜੀ ਇੱਕ ਡਿਸਿਪਲਿਨ ਗੇਮ ਆ। ਇਹਦੇ ਵਿੱਚ ਤੁਹਾਨੂੰ ਪ੍ਰੋਪਰ ਨੀਂਦ ਲੈਣੀ ਪੈਂਦੀ ਆ, ਪ੍ਰੋਪਰ ਤੁਹਾਨੂੰ ਡਾਈਟ ਖਾਣੀ ਪੈਂਦੀ ਆ, ਪ੍ਰੋਪਰ ਤੁਹਾਨੂੰ ਪਾਣੀ ਪੀਣਾ ਪੈਂਦਾ, ਪ੍ਰੋਪਰ ਤੁਹਾਡਾ ਜਿਮ ਜਿਹੜਾ ਵਾ ਉਹ ਇੱਕ ਹੋਣਾ ਚਾਹੀਦਾ। ਸੋ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਹੋਣਾ ਚਾਹੀਦਾ, ਤੁਹਾਡਾ ਡਿਸਿਪਲਿਨ ਲਾਈਫ ਸਟਾਈਲ ਹੋਣਾ ਚਾਹੀਦਾ। ਤੁਸੀਂ ਤਾਂ ਹੀ ਇਸ ਗੇਮ ਦੇ ਵਿੱਚ ਅੱਗੇ ਜਾ ਸਕਦੇ ਹੋ। ਸੋ ਇੱਦਾਂ ਗੇਮ ਕਰਦੇ ਮੈਂ ਵੱਖ-ਵੱਖ ਕੰਟਰੀਆਂ 'ਚ ਕੰਪੀਟ ਕੀਤਾ। ਜਿਵੇਂ ਮੈਂ ਸਾਊਥ ਅਫਰੀਕਾ ਦੇ ਵਿੱਚ ਗਿਆ, ਸਪੇਨ ਦੇ ਵਿੱਚ ਗਿਆ, ਇਟਲੀ ਦੇ ਵਿੱਚ ਗਿਆ, ਡੈਨਮਾਰਕ 'ਚ ਗਿਆ, ਇੰਗਲੈਂਡ 'ਚ ਕੰਪੀਟ ਕੀਤਾ, ਫਿਰ ਲੁਥਿਆਨੀਆ 'ਚ ਕੰਪੀਟ ਕੀਤਾ, ਆਸਟਰੀਆ 'ਚ ਕੰਪੀਟ ਕੀਤਾ, ਮੈਂ ਸਲੋਵਾਕੀਆ 'ਚ ਕੰਪੀਟ ਕੀਤਾ, ਕੁਵੈਤ 'ਚ ਕੰਪੀਟ ਕੀਤਾ। ਸੋ ਵੱਖ-ਵੱਖ ਦੇਸ਼ਾਂ 'ਚ ਕੰਪੀਟ ਕਰਕੇ ਮੈਂ ਜਿਵੇਂ ਹੁਣ ਤੱਕ 28 ਇੰਟਰਨੈਸ਼ਨਲ ਮੈਡਲਸ ਵਨ ਕੀਤੇ ਨੇ। ਸੋ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਨੂੰ ਮੈਂ ਆਪਣਾ ਸਾਰਾ ਡਾਟਾ ਭੇਜਿਆ ਸੀ। ਸੋ ਉਹਨਾਂ ਨੇ ਮੇਰੀ ਅਚੀਵਮੈਂਟਸ ਨੂੰ ਐਜ਼ ਏ ਵਰਲਡ ਰਿਕਾਰਡ ਦਰਜ ਕੀਤਾ ਹੈ। ਇੰਟਰਨੈਸ਼ਨਲ ਲੈਵਲ 'ਤੇ ਮੇਰੇ ਕੋਲ 28 ਮੈਡਲਸ ਨੇ। ਇਸ ਨੂੰ ਇੱਕ ਵਰਲਡ ਰਿਕਾਰਡ ਦਰਜ ਕੀਤਾ ਗਿਆ। ਸੋ ਮੇਰੇ ਲਈ, ਮੇਰੇ ਸਮਾਜ ਲਈ, ਮੇਰੇ ਆਲੇ ਦੁਆਲੇ, ਮੇਰੇ ਪਰਿਵਾਰ ਲਈ ਬੜੀ ਖੁਸ਼ੀ ਵਾਲੀ ਗੱਲ ਆ। ਮੈਨੂੰ ਮੇਰੇ ਆਪਣੇ ਆਪ ਨੂੰ ਇੱਕ ਬੜਾ ਫ਼ਖਰ ਮਹਿਸੂਸ ਹੁੰਦਾ, ਮਾਣ ਮਹਿਸੂਸ ਹੁੰਦਾ ਵੀ ਮੈਂ ਹੁਣ ਤੱਕ ਇੰਨੀ ਮਿਹਨਤ ਕਰ ਰਿਹਾ ਸੀ ਅਤੇ ਅੱਜ ਮੈਨੂੰ ਇੱਕ ਉਸ ਚੀਜ਼ ਦਾ ਇੱਕ ਵੱਖਰਾ ਖਿਤਾਬ ਮਿਲਿਆ, ਜਿਹੜਾ ਮੈਨੂੰ ਇੱਕ ਸਾਰੀ ਜ਼ਿੰਦਗੀ ਲਈ ਇੱਕ ਵੱਖਰੀ ਪਛਾਣ ਦੇਵੇਗਾ।
ਤੇ ਅਮਨ ਜੀ ਜੇਕਰ ਗੱਲ ਕੀਤੀ ਜਾਵੇ ਕਿ ਵਧੀਆ ਬੋਡੀ ਬਿਲਡਰ ਬਣਨ ਦੇ ਲਈ ਰੋਜ਼ਾਨਾ ਕਿੰਨਾ ਸਮਾਂ ਜਿਹੜਾ ਸਾਨੂੰ ਜਿਮ ਦੇ ਵਿੱਚ ਲਗਾਉਣਾ ਚਾਹੀਦਾ ਹੈ ਔਰ ਇਹਦੇ ਲਈ ਡਾਈਟ ਕੀ ਲੈਣੀ ਚਾਹੀਦੀ ਹੈ? ਦੇਖੋ ਬੋਡੀ ਬਿਲਡਰ ਦੀ ਡਾਈਟ ਇੱਕ ਆਮ ਬੰਦੇ ਦੀ ਡਾਈਟ ਨਾਲੋਂ ਬਿਲਕੁਲ ਡਿਫਰੈਂਟ ਆ, ਠੀਕ ਹੈ ਜੀ। ਸੋ ਬੋਡੀ ਬਿਲਡਰ ਜਿਵੇਂ ਗੇਮ ਦੇ ਵਿੱਚ ਤੁਹਾਡੀ ਬੋਡੀ ਦਾ ਸਿਮਟਰੀ ਦਾ ਹੋਣਾ ਬਹੁਤ ਜ਼ਰੂਰੀ ਆ। ਤੁਹਾਡੇ ਬੋਡੀ ਦੇ ਜਿਹੜੇ ਵੀ ਮਸਲਸ ਨੇ ਸਾਰੇ ਬੈਲੈਂਸ ਦੇ ਵਿੱਚ ਡਿਵੈਲਪ ਹੋਣੇ ਚਾਹੀਦੇ ਨੇ। ਇਹ ਨਹੀਂ ਆ ਵੀ ਤੁਹਾਡੀਆਂ ਆਰਮਸ ਬਹੁਤ ਵੱਡੀਆਂ ਨੇ, ਤੁਹਾਡੀਆਂ ਲੈਗਸ ਵੀਕ ਨੇ, ਜਾਂ ਤੁਹਾਡੀਆਂ ਲੈਗਸ ਵੱਡੀਆਂ ਨੇ ਤੇ ਤੁਹਾਡੇ ਆਰਮਸ ਵੀਕ ਨੇ। ਜੇ ਤੁਹਾਡੀ ਬੋਡੀ ਦੇ ਮਸਲਸ ਦਾ ਬੈਲੈਂਸ ਨਹੀਂ ਆ ਤਾਂ ਤੁਸੀਂ ਆਪਣੀ ਗੇਮ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ। ਸੋ ਸਾਰੇ ਮਸਲਸ ਨੂੰ ਪ੍ਰੋਪਰ ਉਹਨਾਂ ਦੇ ਅਕੋਰਡਿੰਗਲੀ ਵੀਕਲੀ ਟ੍ਰੇਨ ਕਰਨਾ ਪੈਂਦਾ ਉਹਨਾਂ ਨੂੰ। ਕਈਆਂ ਨੂੰ ਮਸਲਾਂ ਨੂੰ 2 ਵਾਰ ਟ੍ਰੇਨ ਕਰਨਾ ਪੈਂਦਾ ਵੀਕ ਮਸਲ ਨੂੰ। ਜੇ ਕੋਈ ਮਸਲ ਤੁਹਾਡਾ ਜ਼ਿਆਦਾ ਗਰੋ ਆ ਉਹਨੂੰ ਘੱਟ ਟ੍ਰੇਨ ਕਰੋ, ਠੀਕ ਹੈ ਜੀ। ਬਾਕੀ ਆ ਦੀ ਗੱਲ ਤੁਹਾਡੀ ਡਾਈਟ ਦੀ। ਸੋ ਇੱਕ ਬੋਡੀ ਬਿਲਡਰ ਨੂੰ ਹਾਈ ਪ੍ਰੋਟੀਨ ਡਾਈਟ ਦੀ ਜ਼ਿਆਦਾ ਲੋੜ ਪੈਂਦੀ ਹੈ, ਬਿਕੋਜ਼ ਜਿਹੜਾ ਮਸਲ ਦੀ ਜਿਹੜੀ ਡਾਈਟ ਆ, ਮਸਲ ਦੀ ਜਿਹੜੀ ਗਰੋਥ ਆ, ਉਹ ਪ੍ਰੋਟੀਨ ਅਤੇ ਗੁੱਡ ਫੈਟ ਦੇ ਨਾਲ ਮਿਲ ਕੇ ਮੀਨਸ ਹੁੰਦੀ ਆ। ਸੋ ਜਿੰਨੀ ਵੀ ਅਸੀਂ ਕਾਰਬਸ ਲੈਂਦੇ ਆ ਉਹਦੇ ਨਾਲ ਸਾਡਾ ਐਨਰਜੀ ਲੈਵਲ, ਠੀਕ ਹੈ ਜੀ, ਸਾਡਾ ਐਨਰਜੀ ਲੈਵਲ ਬਣਦਾ। ਸੋ ਅਸੀਂ ਜਿਮ ਦੇ ਵਿੱਚ ਜਾ ਕੇ ਵਰਕਆਊਟ ਕਰਦੇ ਹਾਂ, ਸਾਰੇ ਦਿਨ ਦੀ ਐਕਟੀਵਿਟੀ ਕਰਦੇ ਹਾਂ, ਉਹਦੇ ਵਿੱਚ ਕਾਰਬਸ ਦੀ ਹੈਲਪ ਮੇਨ ਰੋਲ ਹੁੰਦਾ। ਬਾਕੀ ਗੱਲ ਆ ਤੁਹਾਡੇ ਮਲਟੀਵਿਟਾਮਿਨ ਅਤੇ ਮਿਨਰਲਸ ਜਿਹੜੇ ਸਾਨੂੰ ਫਰੂਟਸ ਤੋਂ ਮਿਲਦੇ ਨੇ, ਹਰੀਆਂ ਸਬਜ਼ੀਆਂ ਤੋਂ ਮਿਲਦੇ ਨੇ। ਜੇਕਰ ਤੁਹਾਡਾ ਲਾਈਕ ਫਰੂਟਸ ਹਰੀਆਂ ਸਬਜ਼ੀਆਂ ਨਹੀਂ ਤੁਹਾਡੇ ਕੋਲ ਪ੍ਰੋਪਰ ਲਈਆਂ ਜਾਂਦੀਆਂ ਤਾਂ ਤੁਹਾਨੂੰ ਮਲਟੀਵਿਟਾਮਿਨ ਚੰਗੇ ਸਪਲੀਮੈਂਟਸ ਤੋਂ ਲੈਣੇ ਚਾਹੀਦੇ ਨੇ। ਸੋ ਸਾਰੇ ਡਾਈਟ ਦਾ ਇੱਕ ਬੋਡੀ ਬਿਲਡਰ ਨੂੰ ਬੈਲੈਂਸ ਬਣਾ ਕੇ ਚੱਲਣਾ ਪੈਂਦਾ। ਇੱਕ ਆਮ ਬੰਦੇ ਨੂੰ ਅਤੇ ਇੱਕ ਬੋਡੀ ਬਿਲਡਰ ਨੂੰ ਡਾਈਟ ਦੇ ਵਿੱਚ ਪ੍ਰੋਟੀਨ ਜਿਵੇਂ ਜਿੰਨਾ ਬੋਡੀ ਵੇਟ ਹੁੰਦਾ ਉਹ ਤੋਂ 2 ਗੁਣਾ ਪ੍ਰੋਟੀਨ ਲੈਣਾ ਪੈਂਦਾ। ਬਾਕੀ ਕਾਰਬਸ ਉਹਦੀ ਅਕੋਰਡਿੰਗਲੀ ਡਿਪੈਂਡ ਕਰਦਾ, ਕੋਈ 5 ਕੋਈ 6 ਗੁਣਾ ਲੈਂਦਾ ਆਪਣੀ ਡਾਈਟ ਤੋਂ। ਸੋ ਇਸੇ ਤਰ੍ਹਾਂ ਫੈਟ ਦਾ ਬੜਾ ਵੱਡਾ ਰੋਲ ਆ, ਗੁੱਡ ਫੈਟ ਦਾ, ਠੀਕ ਹੈ ਜੀ। ਸੋ ਸਾਰੀ ਚੀਜ਼ਾਂ ਦਾ ਜਦੋਂ ਕੰਬੀਨੇਸ਼ਨ ਬਣਦਾ ਤੁਹਾਡੀ ਮਸਲਸ ਨੂੰ ਇੱਕ ਡਾਈਟ ਪ੍ਰੋਪਰਲੀ ਮਿਲਦੀ ਆ ਅਤੇ ਬੈਕ ਟੂ ਬੈਕ ਮਿਲਦੀ ਆ, ਹਰ ਦਿਨ ਮਿਲਦੀ ਆ, ਵੀਕਲੀ ਪੂਰੇ ਬੈਕ ਟੂ ਬੈਕ ਸਾਰਾ ਤੁਹਾਡਾ ਸਿਸਟਮ ਸਾਲੋਂ ਸਾਲ ਇੱਕੋ ਤਰੀਕੇ ਨਾਲ ਚੱਲਦਾ ਅਤੇ ਤੁਹਾਡਾ ਮਸਲ ਇੱਕ ਗਰੋਥ ਫੈਕਟਰ ਵਿੱਚ ਚੱਲ ਜਾਂਦਾ। ਸੋ ਗਰੋਥ ਵੀ ਵਧੀਆ ਕਰਦਾ ਅਤੇ ਦੈਨ ਤੁਹਾਡੇ ਮਸਲਸ ਦੇ ਵਿੱਚ ਕੁਆਲਿਟੀ ਵੀ ਵਧੀਆ ਹੁੰਦੀ ਆ। ਸੋ ਸਾਰੀ ਚੀਜ਼ਾਂ ਦਾ ਜਦੋਂ ਕੰਬੀਨੇਸ਼ਨ ਬਣਦਾ ਅਤੇ ਤੁਸੀਂ ਇੱਕ ਵਧੀਆ ਲਾਈਕ ਆਪਣੀ ਬੋਡੀ ਨੂੰ ਬਣਾ ਕੇ ਵਧੀਆ ਤੁਸੀਂ ਪਰਫੋਰਮ ਕਰ ਸਕਦੇ ਹੋ ਸਟੇਜ 'ਤੇ। ਅਮਨ ਜੀ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਦੁੱਧ ਪੀਣਾ ਚਾਹੀਦਾ, ਮੱਖਣ ਖਾਣਾ ਚਾਹੀਦਾ, ਦੇਸੀ ਘਿਓ ਖਾਣਾ ਚਾਹੀਦਾ ਹੈਗਾ ਬੋਡੀ ਬਣਾਉਣ ਲਈ, ਕਿੰਨੀ ਕੁ ਸੱਚਾਈ ਹੈ ਇਸ 'ਤੇ? ਦੇਖੋ ਜੀ ਦੁੱਧ, ਮਿਲਕ ਪ੍ਰੋਡਕਟ ਹੋ ਗਏ ਜਾਂ ਫਿਰ ਸਾਡਾ ਦੇਸੀ ਘਿਓ ਹੋ ਗਿਆ, ਸਾਡਾ ਜਿਹੜਾ ਮੱਖਣ ਹੋ ਗਿਆ, ਇਹ ਸਾਡੇ ਡਾਈਟ ਦੇ ਬੇਸਿਕ ਪਾਰਟਸ ਨੇ, ਠੀਕ ਨਹੀਂ। ਹਰ ਚੀਜ਼ ਦੀ ਸਾਨੂੰ ਇੱਕ ਕੁਆਂਟਿਟੀ ਦੇ ਵਿੱਚ ਇੱਕ ਸਹੀ ਮਾਤਰਾ ਦੇ ਵਿੱਚ ਲੋੜ ਹੁੰਦੀ ਆ, ਠੀਕ ਹੈ ਜੀ। ਦੇਖੋ ਜੀ ਜਿਵੇਂ ਜੇ ਗੱਲ ਕਰੀਏ ਆਪਾਂ ਦੇਸੀ ਘਿਓ ਦੀ, ਦੇਸੀ ਘਿਓ ਦੇ ਵਿੱਚ ਸੈਚੂਰੇਟਡ ਫੈਟ ਹੁੰਦੀ ਆ। ਹਰ ਇਨਸਾਨ ਨੂੰ 15 ਤੋਂ 20 ਗ੍ਰਾਮ ਡੇਲੀ ਸੈਚੂਰੇਟਡ ਫੈਟ ਦੀ ਲੋੜ ਆ ਅਤੇ ਹਰ ਇਨਸਾਨ ਡੇਲੀ 15 ਤੋਂ 20 ਗ੍ਰਾਮ ਦੇਸੀ ਘਿਓ ਲੈ ਸਕਦਾ। ਦੇਸੀ ਘਿਓ ਨਹੀਂ ਤਾਂ ਜਾਂ ਫਿਰ ਉਹ ਮੱਖਣ ਲੈ ਸਕਦਾ, ਠੀਕ ਹੈ ਜੀ। ਇਸੇ ਤਰ੍ਹਾਂ ਜੇ ਅਸੀਂ ਮਿਲਕ ਪ੍ਰੋਡਕਟਸ ਦੀ ਗੱਲ ਕਰੀਏ ਤਾਂ ਉਹ ਸਾਡੀ ਬੇਸਿਕ ਡਾਈਟ ਦਾ ਹਿੱਸਾ ਨੇ, ਠੀਕ ਹੈ ਜੀ। ਹੁਣ ਜਿਵੇਂ ਅਸੀਂ ਮਿਲਕ ਤੋਂ, ਠੀਕ ਹੈ, ਕਾਫੀ ਜਿਵੇਂ ਹੋਰ ਵੀ ਸੋਰਸ ਨੇ, ਪ੍ਰੋਡਕਟਸ ਨੇ ਬਣਦੇ ਨੇ। ਪਨੀਰ ਸਾਡੇ ਲਈ ਬਹੁਤ ਵਧੀਆ, ਠੀਕ ਹੈ ਜੀ। ਹੁਣ ਵੈਜ ਬੰਦੇ ਲਈ ਮਿਲਕ ਪ੍ਰੋਡਕਟ ਸਭ ਤੋਂ ਵੱਡੇ ਮੇਨ ਸੋਰਸ ਨੇ ਉਹਨਾਂ ਦੇ ਪ੍ਰੋਟੀਨ ਡਾਈਟ ਦੇ ਵਿੱਚ। ਸੋ ਇਹਨਾਂ ਚੀਜ਼ਾਂ, ਇਹ ਸਾਡੀ ਇੱਕ ਬੇਸਿਕ ਡਾਈਟ ਨੇ ਜਿਨ੍ਹਾਂ ਦੇ ਨਾਲ ਅਸੀਂ ਡੇਲੀ ਆਪਣੀ ਰੂਟੀਨ ਦੇ ਵਿੱਚ ਆਪਣੀ ਬੇਸਿਕ ਨਿਊਟ੍ਰੀਸ਼ਨ ਨੂੰ ਪੂਰਾ ਕਰ ਸਕਦੇ ਹਾਂ। ਬਟ ਜੇ ਗੱਲ ਕਰੀਏ ਬੋਡੀ ਬਿਲਡਿੰਗ ਦੇ ਵਿੱਚ ਥੋੜ੍ਹਾ ਜਿਹਾ ਤੁਹਾਨੂੰ ਜਿਹੜੇ ਜਿਵੇਂ ਕਿ ਮਿਲਕ ਪ੍ਰੋਡਕਟਸ ਨੇ 6 ਤੋਂ 8 ਘੰਟੇ ਵਿੱਚ ਡਾਈਜੈਸਟ ਹੁੰਦੇ ਨੇ। ਸੋ ਜੇ ਬੋਡੀ ਬਿਲਡਿੰਗ ਦੀ ਗੱਲ ਕਰੀਏ ਤਾਂ ਸਾਨੂੰ ਉਹ ਪ੍ਰੋਟੀਨ ਸੋਰਸ ਦੀ ਲੋੜ ਪੈਂਦੀ ਹੈ ਜਿਹੜਾ ਥੋੜ੍ਹਾ ਸਾਨੂੰ ਜਲਦੀ ਡਾਈਜੈਸਟ ਹੋਵੇ, ਜਿਹਦੀ ਡਾਈਜੈਸ਼ਨ ਲਾਈਕ 3 ਤੋਂ 4 ਘੰਟੇ ਦੇ ਵਿੱਚ ਹੋਵੇ। ਸੋ ਇਹਦੇ ਨਾਲ ਮਸਲ ਨੂੰ ਜਲਦੀ ਰਿਕਵਰੀ ਮਿਲਦੀ ਹੈ, ਠੀਕ ਹੈ ਜੀ। ਫਿਰ ਮਸਲ ਨੂੰ ਬੈਕ ਟੂ ਬੈਕ ਡਾਈਟ ਮਿਲਦੀ ਰਹਿੰਦੀ ਹੈ ਜਿਹਦੇ ਨਾਲ ਮਸਲ ਦੀ ਗਰੋਥ ਹੁੰਦੀ ਰਹਿੰਦੀ ਹੈ। ਤਾਂ ਅਮਨ ਜੀ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਪਿਛਲੇ ਦਿਨੀ ਵੀਡੀਓਜ਼ ਦੇਖੀਆਂ ਕਿ ਲੜਕੇ ਜਿਮ ਕਰ ਰਹੇ ਸੀ, ਬਾਹਰ ਆਉਂਦੇ ਆ, ਡਿੱਗ ਪੈਂਦੇ ਆ ਔਰ ਬਾਅਦ ਵਿੱਚ ਗੱਲਾਂ ਨਿਕਲ ਕੇ ਸਾਹਮਣੇ ਹੁੰਦੀਆਂ ਨੇ ਕਿ ਇਹਨਾਂ ਦੁਆਰਾ ਸਟੀਰੋਇਡ ਲਿਆ ਜਾਂਦਾ ਜਾਂ ਗਲਤ ਸਪਲੀਮੈਂਟ ਲੈ ਲਏ ਜਾਂਦੇ ਆ ਔਰ ਅਟੈਕ ਆ ਜਾਂਦੇ ਆ, ਡੈਥ ਹੋ ਜਾਂਦੀ ਹੈ। ਦੇਖੋ ਜੀ ਇਹ ਕਈ ਤਰ੍ਹਾਂ ਦੇ ਇੱਦਾਂ ਦੀ ਗੱਲਾਂ ਦੀ ਹਿਊਮਰਸ ਚੱਲਦੇ ਰਹਿੰਦੇ ਨੇ। ਸੋ ਸੱਚ ਐਸ ਕਿਸੇ ਨੂੰ ਕੋਈ ਹੈਲਥ ਇਸ਼ੂ ਨਾ ਹੋਣ, ਅਦਰਵਾਈਜ਼ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਜਿਮ ਦੇ ਵਿੱਚ ਜਾਣ ਨਾਲ। ਕਈ ਵਾਰ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਉਹਨਾਂ ਦੇ BP ਵੱਧਦਾ, ਬਟ
ਉਹ ਅਣਗਹਿਲੀ ਕਰਦੇ ਨੇ ਜਿਮ ਦੇ ਵਿੱਚ ਜਾ ਕੇ, ਉੱਦਾਂ ਦਾ ਵਰਕਆਊਟ ਕਰਦੇ ਨੇ, ਜ਼ਿਆਦਾ ਕਾਰਡੀਓ ਕਰਦੇ ਨੇ, ਜ਼ਿਆਦਾ ਰਨਿੰਗ ਕਰਦੇ ਨੇ ਜਾ ਕੇ, ਜਿਨ੍ਹਾਂ ਦਾ ਉਹਨਾਂ ਦਾ ਬੀਪੀ ਦਾ ਲੈਵਲ ਇੱਕਦਮ ਵੱਧ ਸਕਦਾ, ਜਾਂ ਕੋਈ ਵੀ ਕਿਸੇ ਬੰਦੇ ਨੂੰ ਹੈਲਥ ਇਸ਼ੂ ਹੋਵੇ, ਕਈ ਵਾਰ ਉਹਨਾਂ ਨੂੰ ਨਹੀਂ ਪਤਾ ਚੱਲਦਾ। ਸੋ ਕੋਈ ਵਰਕਆਊਟ ਕਰਦੇ ਆ ਸਾਡਾ ਹਮੇਸ਼ਾ ਬੀਪੀ ਦਾ ਲੈਵਲ ਵੱਧਦਾ। ਸੋ ਕਈ ਵਾਰ ਉਹ ਚੀਜ਼ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੀ ਆ। ਜਾਂ ਕਈ ਅੱਜ ਕੱਲ੍ਹ ਸੁਣਿਆ ਵਾ ਵੀ ਜਿਵੇਂ ਕਈ ਤਰ੍ਹਾਂ ਦੇ ਕਈ ਪ੍ਰੋਡਕਟਸ ਕਈ ਯੂਜ਼ ਕਰਦੇ ਨੇ ਜਿਹ 'ਚ ਹਾਈ ਕੈਫੀਨ ਹੁੰਦੀ ਆ। ਸੋ ਕਈ ਪ੍ਰੋਫੈਸ਼ਨਲ ਐਥਲੀਟਸ ਨੂੰ ਤਾਂ ਉਹ ਚੀਜ਼ਾਂ ਸੂਟ ਕਰਦੀਆਂ ਨੇ, ਬਟ ਜਿਹੜੇ ਆਮ ਲੋਕ ਨੇ ਅੱਜ ਕੱਲ੍ਹ ਇੰਨੇ ਸਟਰੋਂਗ ਪ੍ਰੀ ਵਰਕਆਊਟ ਯੂਜ਼ ਕਰਦੇ ਨੇ, ਹਾਈ ਕੈਫੀਨ ਕੋਈ ਪ੍ਰੋਡਕਟ ਲੈਂਦੇ ਨੇ, ਜਿਨ੍ਹਾਂ ਕਰਕੇ ਉਹ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਆ। ਸੋ ਕਈ ਇਹਨਾਂ ਨੂੰ ਅਸੀਂ ਐਗਜ਼ੈਕਟਲੀ ਇੱਦਾਂ ਨਹੀਂ ਕਹਿ ਸਕਦੇ, ਹਰ ਕਿਸੇ ਦਾ ਆਪਣੇ ਆਪਣੇ ਹੈਲਥ ਇਸ਼ੂਜ਼ ਨੇ। ਸੋ ਬੇਸਿਕ ਜਦੋਂ ਕੋਈ ਰਿਪੋਰਟ ਨੂੰ ਅਸੀਂ ਦੇਖਾਂਗੇ ਫਿਰ ਹੀ ਅਸੀਂ ਕਲੀਅਰ ਕਰ ਸਕਦੇ ਹਾਂ ਜੀ ਕੀ ਰੀਜ਼ਨ ਸੀ ਉਹਦੇ ਪਿੱਛੇ, ਕਿਸੇ ਨੂੰ ਜੇਕਰ ਜਿਮ ਦੇ ਵਿੱਚ ਵਰਕਆਊਟ ਕਰਨ ਤੋਂ ਬਾਅਦ ਕੋਈ ਪ੍ਰੋਬਲਮ ਆਈ ਹੈ। ਅਮਨ ਜੀ, ਹਰ ਕਿਸੇ ਦਾ ਕੋਈ ਨਾ ਕੋਈ ਆਈਡਲ ਹੁੰਦਾ, ਤਾਂ ਜੇਕਰ ਤੁਹਾਡੀ ਗੱਲ ਕੀਤੀ ਜਾਵੇ ਤਾਂ ਕਿਹਨੂੰ ਦੇਖ ਕੇ ਤੁਸੀਂ ਇੱਥੋਂ ਤੱਕ ਪਹੁੰਚੇ ਹੋ? ਦੇਖੋ ਜੀ, ਬੋਡੀ ਬਿਲਡਿੰਗ ਦਾ ਜੇਕਰ ਅਸੀਂ ਜਨਮਦਾਤੇ ਦੀ ਗੱਲ ਕਰੀਏ ਤਾਂ ਬੈਨ ਵੈਡਰ ਨੇ USA ਤੋਂ, ਜਿਨ੍ਹਾਂ ਨੇ ਬੋਡੀ ਬਿਲਡਿੰਗ ਨੂੰ ਪੂਰੇ ਵਰਲਡ ਦੇ ਵਿੱਚ ਰੈਕੋਗਨਾਈਜ਼ ਕੀਤਾ। ਸੋ ਬੈਨ ਵੈਡਰ ਦੇ ਨਾਂ 'ਤੇ ਅੱਜ ਵੀ ਐਮੇਚਿਓਰ ਓਲੰਪੀਆ ਚੈਂਪੀਅਨਸ਼ਿਪ ਪੂਰੇ ਵਰਲਡ ਦੇ ਵਿੱਚ ਹੁੰਦੀ ਆ। ਸੋ ਉਸ ਤੋਂ ਬਾਅਦ ਜੇ ਐਮੇਚਿਓਰ ਓਲੰਪੀਆ ਦੇ ਵਿੱਚ ਜੇ ਗੱਲ ਕਰੀਏ ਤਾਂ ਮਿਸਟਰ ਓਲੰਪੀਆ ਜਿਹੜੇ ਆਰਨੋਲਡ ਸ਼ਵਾਰਜ਼ਨੇਗਰ ਨੇ, ਠੀਕ ਹੈ ਜੀ, ਉਹ ਮੇਰੇ ਆਈਡਲ ਨੇ। ਸੋ ਜਦੋਂ ਵੀ ਅਸੀਂ ਜਿਮ ਜਾਂਦੇ ਸੀ, ਅਸੀਂ ਜਿਮ ਦੇ ਵਿੱਚ ਦੇਖਦੇ ਸੀ ਉਸ ਟਾਈਮ 'ਤੇ ਪੁਰਾਣੇ ਬੋਡੀ ਬਿਲਡਰਾਂ ਦੇ ਬੈਨਰਸ ਲੱਗੇ ਹੁੰਦੇ ਸੀ, ਪੋਸਟਰ ਲੱਗੇ ਹੁੰਦੇ ਸੀ। ਸੋ ਆਰਨੋਲਡ ਹਰ ਕਿਸੇ ਦਾ ਇੱਕ ਫੇਵਰਟ ਐਥਲੀਟ ਸੀ। ਉਹ ਇੱਕ ਵਧੀਆ ਐਕਟਰ ਵੀ ਨੇ, ਠੀਕ ਹੈ ਜੀ। ਸੋ ਉਹ ਮੀਨਸ ਜਿਵੇਂ ਕਿ ਅਸੀਂ ਜਿਮ 'ਚ ਜਾਣਾ, ਅਸੀਂ ਇਹੋ ਸੋਚਣਾ ਵੀ ਯਾਰ ਮੈਂ ਵੀ ਕਿਸੇ ਦਿਨ ਆਰਨੋਲਡ ਨੂੰ ਮਿਲੂੰਗਾ। ਫਿਰ ਆਰਨੋਲਡ ਨੇ ਆਪਣੇ ਨਾਮ ਦੇ ਉੱਤੇ ਆਰਨੋਲਡ ਕਲਾਸਿਕ ਸਪੋਰਟਸ ਫੈਸਟੀਵਲ ਪੂਰੇ ਵਰਲਡ 'ਚ ਕਰਵਾਉਣਾ ਸ਼ੁਰੂ ਕੀਤਾ। ਸੋ ਐਮੇਚਿਓਰ ਓਲੰਪੀਆ ਅਤੇ ਆਰਨੋਲਡ ਕਲਾਸਿਕ ਵਰਲਡ ਦੇ ਦੋ ਸਭ ਤੋਂ ਰਿਨੋਨਡ ਈਵੈਂਟ ਨੇ, ਜਿਹਦੇ ਵਿੱਚ ਹਰ ਬਾਡੀ ਬਿਲਡਰ ਜਾ ਕੇ ਕੰਪੀਟ ਕਰਨਾ ਚਾਹੁੰਦਾ ਅਤੇ ਉਹਨੂੰ ਵੌਨ ਕਰਨਾ ਚਾਹੁੰਦਾ। ਸੋ ਮੈਂ ਸ਼ੁਰੂ ਤੋਂ ਇਹਨਾਂ ਦੋਨਾਂ ਈਵੈਂਟਸ ਨੂੰ ਟਾਰਗੇਟ ਰੱਖਿਆ ਸੀ। ਸੋ ਹੁਣ ਤੱਕ ਜਿਵੇਂ ਐਮੇਚਿਓਰ ਓਲੰਪੀਆ 'ਚ ਮੇਰੇ ਕੋਲ 16 ਮੈਡਲ ਨੇ ਅਤੇ ਆਰਨੋਲਡ ਕਲਾਸਿਕ 'ਚ ਮੈਂ ਹੁਣ ਤੱਕ 6 ਮੈਡਲ ਵੌਨ ਕਰ ਚੁੱਕਿਆ। ਸੋ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਆ ਵੀ ਮੈਂ ਆਪਣੇ ਆਈਡਲਸ ਨੂੰ, ਜੋ ਮੈਂ ਮੰਨ ਕੇ ਚੱਲਿਆ ਸੀ, ਜੋ ਉਹਨਾਂ ਨੂੰ ਦੇਖ ਕੇ ਮੈਨੂੰ ਮੋਟੀਵੇਸ਼ਨ ਹੋਈ, ਮੈਂ ਅੱਜ ਉਸ ਅਚੀਵਮੈਂਟ, ਉਸ ਲੈਵਲ ਨੂੰ ਅਚੀਵ ਕਰ ਲਿਆ, ਠੀਕ ਹੈ ਜੀ। ਮੇਰੇ ਲਈ ਵੀ ਬੜੀ ਮਾਣ ਦੀ ਗੱਲ ਆ। ਬਾਕੀ ਮੇਰੇ ਸਾਥ ਦੇਣ ਵਾਲਿਆਂ ਦਾ ਸਭ ਤੋਂ ਵੱਡਾ ਰੋਲ ਹੈ ਇਹਦੇ ਵਿੱਚ। ਸੋ ਉਹਨਾਂ ਤੋਂ ਬਿਨਾਂ ਵੀ ਮੈਂ ਅਧੂਰਾ ਸੀ। ਤਾਂ ਅਮਨ ਜੀ, ਜਦੋਂ ਤੁਸੀਂ ਵਿਦੇਸ਼ੀ ਧਰਤੀ ਦੇ ਉੱਤੇ ਜਾ ਕੇ ਕੰਪੀਟੀਸ਼ਨ ਜਿੱਤਦੇ ਹੋ, ਹਾਂਜੀ। ਤਾਂ ਜਿਹੜੇ ਗੋਰੇ ਹੁੰਦੇ ਨੇ ਉਹਨਾਂ ਦੇ ਨਾਲ ਫਿਰ ਤੁਹਾਡੀ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ? ਦੇਖੋ ਜੀ, ਜਿੱਦੋਂ ਵੀ ਮੈਂ ਹੁਣ ਤੱਕ ਕਾਫੀ ਟਾਈਮ ਇੰਟਰਨੈਸ਼ਨਲ ਲੈਵਲ 'ਤੇ ਕੰਪੀਟ ਕੀਤਾ, ਜਿੱਥੇ ਮੈਂ ਜਿਵੇਂ ਸਾਊਥ ਅਫਰੀਕਾ ਹੋ ਗਿਆ, ਸਪੇਨ ਹੋ ਗਿਆ, UK ਹੋ ਗਿਆ, ਮੈਂ ਜਿੰਨੇ ਵੀ ਕੰਟਰੀਆਂ 'ਚ ਕੰਪੀਟ ਕੀਤਾ, ਤਾਂ ਵੱਖ-ਵੱਖ ਦੇਸ਼ਾਂ ਦੇ ਹੁਣ ਤੱਕ ਮੈਂ ਕਾਫੀ ਐਥਲੀਟਸ ਨੂੰ ਮਿਲ ਚੁੱਕਿਆ, ਜਿਹੜੇ ਅਫਰੀਕਨਸ ਨੇ ਜਾਂ ਅਮੈਰੀਕਨਸ ਨੇ ਜਾਂ ਬ੍ਰਾਜ਼ੀਲੀਅਨ ਨੇ, ਠੀਕ ਹੈ। ਯੂਰਪ ਦੇ ਕਈ ਕੰਟਰੀਆਂ 'ਚ ਜਿਵੇਂ ਮੈਂ ਕਾਫੀ ਐਥਲੀਟਸ ਨੇ, ਠੀਕ ਹੈ। ਜਿਵੇਂ ਏਸ਼ੀਆ ਦੇ ਵਿੱਚ ਜਿਵੇਂ ਮੈਂ ਏਸ਼ੀਅਨ ਐਥਲੀਟਸ, ਠੀਕ ਹੈ, ਉਹ ਵੀ ਸਾਰੇ ਯੂਰਪ ਦੇ ਵਿੱਚ ਖੇਡਣ ਜਾਂਦੇ ਨੇ। ਸਾਰੇ ਅਸੀਂ ਸਾਰੇ ਉੱਥੇ ਜਾ ਕੇ ਇਕੱਠੇ ਹੁੰਦੇ ਹਾਂ, ਤਾਂ ਉੱਥੇ ਐਂ ਲੱਗਦਾ ਜਿਵੇਂ ਵੀ ਮੀਨਸ ਇੱਕ ਵੱਖਰੀ ਸੁਸਾਇਟੀ ਇਕੱਠੀ ਹੋ ਗਈ ਆ। ਸੋ ਉਹਦੇ ਵਿੱਚ ਬਹੁਤ ਵਧੀਆ ਵਧੀਆ ਬੋਡੀ ਬਿਲਡਰ, ਬਿਗਨਰ ਵੀ ਆਉਂਦੇ ਨੇ, ਠੀਕ ਹੈ ਨਹੀਂ, ਇੰਟਰਮੀਡੀਏਟ ਵੀ ਆਉਂਦੇ ਨੇ, ਅਤੇ ਸਟਾਰ ਬੋਡੀ ਬਿਲਡਰਸ ਵੀ ਉੱਥੇ ਖੇਡਣ ਹੁੰਦੇ ਨੇ। ਸੋ ਇੱਕ ਮਾਹੌਲ ਹੀ ਇੱਦਾਂ ਦਾ ਹੁੰਦਾ ਵਾ ਜਿੱਥੇ ਤੁਸੀਂ ਸਾਰਿਆਂ ਨੂੰ ਮਿਲਦੇ ਹੋ, ਆਪਣੇ ਤੋਂ ਸੀਨੀਅਰ ਬੋਡੀ ਬਿਲਡਰਸ ਨੂੰ ਮਿਲਦੇ ਹੋ, ਜਿਨ੍ਹਾਂ ਤੋਂ ਤੁਸੀਂ ਕੁਛ ਵੀ ਪੁੱਛ ਸਕਦੇ ਹੋ। ਇੱਕ ਪੋਜ਼ੀਟਿਵ ਮਾਹੌਲ ਹੁੰਦਾ ਉੱਥੇ। ਦੇਖੋ, ਹਾਰ ਜਿੱਤ ਤਾਂ ਇੱਕ ਬੋਡੀ ਬਿਲਡਿੰਗ ਹਰ ਗੇਮ ਦਾ ਪਾਰਟ ਆ, ਠੀਕ ਹੈ ਜੀ। ਮੈਂ ਲਾਈਕ ਜਿੱਥੇ ਵੀ ਜਦੋਂ ਅਸੀਂ ਕੰਪੀਟ ਕਰਦੇ ਹਾਂ, ਠੀਕ ਹੈ ਜੀ, ਜੇ ਤੁਸੀਂ ਉੱਥੇ ਵੌਨ ਕਰਦੇ ਹੋ, ਤੁਹਾਨੂੰ ਉੱਥੇ ਦੇ ਲੋਕਲ ਜਿਹੜੇ ਵਿਊਅਰਸ ਹੁੰਦੇ ਨੇ, ਜਿਹੜੇ ਲੋਕ ਈਵੈਂਟਸ ਦੇਖਣ ਆਉਂਦੇ ਨੇ, ਉਹ ਵੀ ਤੁਹਾਨੂੰ ਬਹੁਤ ਐਪਰੀਸ਼ੀਏਟ ਕਰਦੇ ਨੇ। ਐਥਲੀਟਸ ਤਾਂ ਕਰਦੇ ਹੀ ਕਰਦੇ ਨੇ, ਉੱਥੇ ਦੇ ਲੋਕਲ ਜਿਹੜੇ ਵਿਊਅਰਸ ਹੁੰਦੇ ਨੇ, ਜਿਹੜੇ ਦੇਖਣ ਆਉਂਦੇ ਨੇ, ਫਿਰ ਐਥਲੀਟਸ ਦੇ ਨਾਲ ਇੱਕ ਸਰਕਲ ਬਣ ਜਾਂਦਾ ਤੁਹਾਡਾ। ਫਿਰ ਉਹੀ ਐਥਲੀਟਸ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਨੇ, ਉਹੀ ਐਕਸਪੀਰੀਅੰਸ ਫਿਰ ਐਥਲੀਟ ਨੂੰ ਹੋਰ ਵਧੀਆ ਪਰਫੋਰਮ ਕਰਨ ਦੇ ਵਿੱਚ ਹੈਲਪ ਕਰਦੇ ਨੇ। ਸੋ ਜੋ ਇਨਸਾਨ, ਜੋ ਐਥਲੀਟ ਕੁਝ ਨਾ ਕੁਝ ਸਿੱਖਦਾ ਰਹਿੰਦਾ ਇੱਕ ਦੂਸਰੇ ਤੋਂ, ਉਹ ਐਥਲੀਟ ਆਪਣੀ ਗੇਮ ਦੇ ਵਿੱਚ ਨਿਰੰਤਰ ਅੱਗੇ ਵੱਧਦਾ ਰਹਿੰਦਾ। ਸੋ ਬੜਾ ਵਧੀਆ ਮਾਹੌਲ ਹੁੰਦਾ ਮੀਨਸ ਜਦੋਂ ਅਸੀਂ ਇੰਟਰਨੈਸ਼ਨਲ ਐਥਲੀਟਸ ਨੂੰ ਮਿਲਦੇ ਨੇ। ਹਰ ਐਥਲੀਟ ਆਪਣੀ ਇੱਕ ਟੈਕਨੀਕ ਦੇ ਨਾਲ ਵਰਕਆਊਟ ਕਰਦਾ, ਠੀਕ ਹੈ ਜੀ, ਅਤੇ ਡਾਇਟ ਨੂੰ, ਠੀਕ ਹੈ, ਫੰਡਾਮੈਂਟਲ ਜੇ ਦੇਖਿਆ ਜਾਵੇ ਤਾਂ ਸੇਮ ਹੀ ਹੁੰਦੀ ਸਾਰਿਆਂ ਦੀ।
ਜਿਹੜੀ ਟ੍ਰੇਨਿੰਗ ਟੈਕਨੀਕਸ ਨੇ ਹਰ ਕਿਸੇ ਦੀਆਂ ਵੱਖਰੀਆਂ ਵੱਖਰੀਆਂ ਨੇ। ਉਹ ਜਦੋਂ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਮੀਨਸ ਬੜਾ ਕੁਝ ਸਿੱਖਣ ਨੂੰ ਮਿਲਦਾ। ਜਦੋਂ ਫਿਰ ਮੈਂ ਵਾਪਸ ਹੁੰਦਾ ਉਹ ਟੈਕਨੀਕ ਨੂੰ ਮੈਂ ਆਪਣੇ ਉੱਪਰ ਐਪਲੀਕੇਬਲ ਕਰਦਾ, ਜਾਂ ਜਿਹੜੇ ਐਥਲੀਟਸ ਮੇਰੇ ਕੋਲ ਟ੍ਰੇਨਿੰਗ ਲੈਂਦੇ ਨੇ ਮੈਂ ਉਹਨਾਂ ਨੂੰ ਗਾਈਡ ਕਰਦਾ। ਠੀਕ ਹੈ ਜੀ। ਸੋ ਇਹ ਵੀ ਇੱਕ ਅੱਗੇ ਵਧਣ ਦਾ ਜ਼ਰੀਆ ਹੀ ਹੈ ਸਾਰਾ, ਜੇ ਦੇਖਿਆ ਜਾਵੇ ਤਾਂ। ਅਮਨ ਜੀ, ਹੁਣ ਤੱਕ ਤੁਸੀਂ ਜਿਹੜੇ ਇੰਟਰਨੈਸ਼ਨਲ 28 ਬੋਡੀ ਬਿਲਡਿੰਗ ਦੇ ਵਿੱਚ ਜਿਹੜੇ ਮੈਡਲਸ ਲਿਆ ਚੁੱਕੇ ਹੋ, ਹਾਂਜੀ। ਸਭ ਤੋਂ ਟਫ ਮੁਕਾਬਲਾ ਕਿਹੜਾ ਰਿਹਾ ਹੁਣ ਤੱਕ? ਦੇਖੋ ਜਿਵੇਂ ਮੈਂ ਸਾਊਥ ਅਫਰੀਕਾ 'ਚ ਕੰਪੀਟ ਕੀਤਾ ਸੀ 2019 ਦੇ ਵਿੱਚ, ਮਾਰਚ ਦੇ ਵਿੱਚ, ਆਰਨੋਲਡ ਕਲਾਸਿਕ। ਉੱਥੇ ਮੈਂ ਬ੍ਰੌਂਜ਼ ਮੈਡਲ ਵਨ ਕੀਤਾ ਸੀ। ਸੋ ਉੱਥੇ ਮੇਰੇ ਅਫਰੀਕਨ ਐਥਲੀਟਸ ਨਾਲ ਕਾਫੀ ਟਫ ਫਾਈਟ ਸੀ। ਸੋ ਉਸ ਤੋਂ ਬਾਅਦ ਜਿਵੇਂ ਮੈਂ ਲਾਸਟ ਆਰਨੋਲਡ ਕਲਾਸਿਕ 'ਚ ਕੰਪੀਟ ਕੀਤਾ। ਮੈਂ ਆਰਨੋਲਡ ਕਲਾਸਿਕ ਦੇ ਵਿੱਚ ਇੱਕ ਇੱਦਾਂ ਦੀ ਕੈਟਾਗਰੀ ਸੀ ਜਿਹੜੀ ਓਪਨ ਕੈਟਾਗਰੀ ਸੀ, ਜਿਹਦੇ ਵਿੱਚ ਮੈਂ ਉਸ ਟਾਈਮ 'ਤੇ 70 ਕਿਲੋ ਕੈਟਾਗਰੀ 70 ਕਿਲੋ ਬੋਡੀ ਵੇਟ ਦੇ ਨਾਲ ਖੇਡ ਰਿਹਾ ਸੀ, ਜਦ ਕਿ ਉਹ ਓਪਨ ਕੈਟਾਗਰੀ ਸੀ ਜਿਹਦੇ ਵਿੱਚ ਮੇਰੀ ਫਾਈਟ 100 ਕਿਲੋ ਦੇ ਐਥਲੀਟਸ ਨਾਲ ਹੋ ਰਹੀ ਸੀ। ਸੋ ਉਸ ਕੈਟਾਗਰੀ ਦੇ ਵਿੱਚ ਵੀ ਮੈਂ ਬ੍ਰੌਂਜ਼ ਮੈਡਲ ਵਨ ਕੀਤਾ। ਠੀਕ ਹੈ ਜੀ। ਅਤੇ ਉਸ ਤੋਂ ਇਲਾਵਾ ਲਾਸਟ ਜਿਹੜੀ ਮੈਂ ਬਿਗ ਮੈਨ ਕਲਾਸਿਕ ਚੈਂਪੀਅਨਸ਼ਿਪ ਖੇਡੀ ਯੂਰਪ ਦੇ ਵਿੱਚ, ਉਹਦੇ ਵਿੱਚ ਇੱਕ ਕੈਟਾਗਰੀ ਇੱਦਾਂ ਦੀ ਸੀ ਜਿਹਦੇ ਵਿੱਚ ਕਿਸੇ ਵੀ ਵੇਟ ਦਾ ਬੰਦਾ ਕੰਪੀਟ ਕਰ ਸਕਦਾ। ਸੋ ਉੱਥੇ ਵੀ ਮੇਰਾ ਜਿਵੇਂ ਕੰਪੀਟੀਸ਼ਨ ਏਸ਼ੀਅਨਸ, ਯੂਰੋਪੀਅਨ, ਅਫਰੀਕਨ ਐਥਲੀਟਸ ਨਾਲ ਹੋਇਆ। ਸੋ ਉੱਥੇ ਵੀ ਮੈਂ ਇੱਕ ਸਿਲਵਰ ਮੈਡਲ ਵਨ ਕੀਤਾ। ਸੋ ਇੱਦਾਂ ਕੁਛ ਨਾ ਕੁਛ ਟਫ ਕੈਟਾਗਰੀਜ਼ ਹੁੰਦੀਆਂ ਨੇ ਜਿਹੜੀਆਂ ਓਪਨ ਹੁੰਦੀਆਂ ਨੇ। ਸੋ ਉਹ ਕੈਟਾਗਰੀਜ਼ ਖੇਡਣ ਦੇ ਨਾਲ ਤੁਹਾਨੂੰ ਇੱਕ ਵੱਖਰਾ ਕੌਨਫੀਡੈਂਸ ਆਉਂਦਾ ਵੀ ਤੁਸੀਂ ਆਪਣੇ ਤੋਂ ਵੱਡੇ ਵੇਟ ਦੇ ਐਥਲੀਟ ਦੇ ਨਾਲ ਕੰਪੀਟ ਕਰ ਰਹੇ ਹੋ ਓਪਨ ਚੈਂਪੀਅਨਸ਼ਿਪ ਦੇ ਵਿੱਚ। ਸੋ ਇੱਦਾਂ ਦੇ ਕਾਫੀ ਐਕਸਪੀਰੀਅੰਸ ਨੇ ਵੀ ਜਿਹੜੇ ਮੇਰੇ ਨਾਲ ਹੋਏ ਨੇ। ਮੈਂ ਬਟ ਆਪਣਾ ਬੈਸਟ ਲੈ ਕੇ ਜਾਂਦਾ ਅਤੇ ਬੈਸਟ ਪਰਫੋਰਮ ਕਰਦਾ। ਸੋ ਜੇ ਮੈਂ ਐਲੀਜੀਬਲ ਹੁੰਦਾ ਤਾਂ ਮੈਂ ਉਸ ਆਪਣੀ ਪਲੇਸ ਵੀ ਡਿਜ਼ਰਵ ਕਰਦਾ ਫਿਰ। ਅਮਨ ਜੀ, ਕੋਈ ਲਾਈਫ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੋਵੇ ਕਿ ਉਧਰੋਂ ਕੰਪੀਟੀਸ਼ਨ ਹੋਇਆ ਚੱਲ ਰਿਹਾ ਹੋਵੇ, ਤੁਸੀਂ ਕੰਪੀਟੀਸ਼ਨ ਦੇ ਵਿੱਚ ਪਹੁੰਚਣਾ ਹੋਵੇ ਤੇ ਉਸ ਤੋਂ ਪਹਿਲਾਂ ਤੁਹਾਨੂੰ ਕੋਈ ਮੁਸ਼ਕਲ ਆ ਗਈ ਹੋਵੇ? ਦੇਖੋ, ਪਹਿਲਾਂ ਤਾਂ ਦੇਖਿਆ ਜਾਵੇ ਤਾਂ ਫੋਰਨ ਦੇ ਵਿੱਚ ਕੰਪੀਟ ਕਰਨ ਲਈ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਫੇਸ ਕਰਨਾ ਪੈਂਦਾ। ਠੀਕ ਹੈ ਜੀ। ਜਿਹੜਾ ਸਭ ਤੋਂ ਵੀਜ਼ਾ ਪ੍ਰੋਸੈਸ ਆ ਇੱਕ ਇੰਡੀਅਨ ਐਥਲੀਟ ਲਈ, ਓਪਨ ਜਾ ਕੇ ਬਾਹਰ ਖੇਡਣਾ ਬਹੁਤ ਟਫ ਆ। ਠੀਕ ਹੈ ਜੀ। ਕਈ ਵਾਰ ਤਾਂ ਮੇਰੇ ਨਾਲ ਇੱਦਾਂ ਹੋ ਚੁੱਕਿਆ ਵੀ ਜਿਵੇਂ ਕੱਲ੍ਹ ਮੇਰਾ ਉੱਥੇ ਬੋਡੀ ਵੇਟ ਹੋਣਾ ਕਿਸੇ ਕੰਟਰੀ ਦੇ ਵਿੱਚ, ਅਤੇ ਮੈਨੂੰ ਸਿਰਫ ਇੱਕ ਦਿਨ ਪਹਿਲਾਂ ਕਈ ਐਮਬੈਸੀਆਂ ਨੇ ਪਾਸਪੋਰਟ ਦਿੱਤੇ ਨੇ। ਠੀਕ ਹੈ ਜੀ। ਮੀਨਸ ਮੈਨੂੰ ਮੌਕੇ ਦੀ ਫਲਾਈਟ ਲੈ ਕੇ ਭਾਈ ਦੌੜ ਕਰਕੇ ਪਹੁੰਚਣਾ ਪੈਂਦਾ ਉੱਥੇ। ਠੀਕ ਹੈ ਜੀ। ਫਿਰ ਅੱਗੇ ਰਿਕੁਐਸਟ ਕਰਨੀ ਪੈਂਦੀ ਹੈ ਵੀ ਮੈਂ ਲੇਟ ਹੋ ਜਾਵਾਂ, ਬਟ ਮੈਂ ਤੁਹਾਡੇ ਈਵੈਂਟ ਨੂੰ ਕੰਪੀਟ ਕਰਨ ਆ ਰਿਹਾ। ਮੇਰੀ ਰਿਕੁਐਸਟ ਨੂੰ ਅੱਗੇ ਐਕਸੈਪਟ ਕਰ ਲੈਂਦੇ ਨੇ। ਸੋ ਜਦੋਂ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ, ਸੋ ਇੱਦਾਂ ਕਾਫੀ ਵਾਰ ਹੋ ਚੁੱਕਿਆ। ਫਿਰ ਕਈ ਵਾਰ ਮੈਂ ਇੱਦਾਂ ਦੀ ਇੰਜਰੀਜ਼ ਦੇ ਵਿੱਚੋਂ ਹੋ ਕੇ ਨਿਕਲ ਚੁੱਕਿਆ ਵਾਂ ਵੀ ਕਈ ਵਾਰ ਤਾਂ ਮੈਨੂੰ ਕੰਪੀਟੀਸ਼ਨ ਕੁਇਟ ਵੀ ਕਰਨੇ ਪਏ। ਬਟ ਜੇ ਮੈਂ ਗੱਲ ਕਰਾਂ ਐਮੇਚਰ ਓਲੰਪੀਆ ਸਪੇਨ ਦੀ 2018 ਦੇ ਵਿੱਚ, ਮੈਂ 19 ਦੇ ਵਿੱਚ ਜੂਨ ਦੇ ਵਿੱਚ ਮੈਂ ਕੰਪੀਟ ਕਰਨ ਜਾਣਾ ਸੀ। ਸੋ ਮੈਂ ਸਾਰੀ ਪ੍ਰੈਪ ਕਰ ਚੁੱਕਿਆ ਸੀ, ਸਭ ਕੁਛ, ਮੇਰਾ ਵੀਜ਼ਾ, ਮੇਰੇ ਟਿਕਟਸ, ਹੋਟਲ ਬੁਕਿੰਗ ਸਭ ਕੁਛ ਹੋ ਚੁੱਕਿਆ ਸੀ। ਕੰਪੀਟ ਕਰਨ ਤੋਂ ਇੱਕ ਵੀਕ ਪਹਿਲਾਂ ਮੇਰੇ ਅੱਪਰ ਲੈਟਸ ਦਾ ਮਸਲ ਟੀਅਰ ਹੋ ਗਿਆ। ਠੀਕ ਹੈ ਜੀ। ਸੋ ਹੁਣ ਮੇਰੇ ਕੋਲ ਕੋਈ ਆਪਸ਼ਨ ਸੀ, ਬਚਦੀ ਨਹੀਂ ਸੀ, ਜਾਂ ਤਾਂ ਮੈਂ ਆਪਣੇ ਕੰਪੀਟੀਸ਼ਨ ਕੁਇਟ ਕਰਾਂ ਅਤੇ ਆਪਣਾ ਟਰੀਟਮੈਂਟ ਕਰਾਵਾਂ, ਅਤੇ ਜਾਂ ਫਿਰ ਕੰਪੀਟੀਸ਼ਨ ਖੇਡਾਂ। ਫਿਰ ਵੀ ਮੈਂ ਆਪਣੇ ਆਪ ਨੂੰ ਪੋਜ਼ੀਟਿਵ ਕਰਕੇ ਮੈਂ ਕੰਪੀਟੀਸ਼ਨ ਨੂੰ ਖੇਡਣ ਦਾ ਪਲਾਨ ਕੀਤਾ। ਮੈਂ ਕੰਪੀਟੀਸ਼ਨ ਗਿਆ। ਉੱਥੇ ਮੇਰੀ ਹਾਲਤ ਕਾਫੀ ਖ਼ਰਾਬ ਸੀ ਉਸ ਟਾਈਮ 'ਤੇ ਵੀ। ਮੈਨੂੰ ਮੌਕੇ 'ਤੇ ਪੇਨ ਕਿਲਰਸ ਵੀ ਲੈਣੇ ਪੈ ਰਹੇ ਸੀ, ਐਂਟੀਬਾਇਓਟਿਕਸ ਵੀ ਲੈਣੇ ਪੈ ਰਹੇ, ਜਿਹਦੇ ਕਰਕੇ ਮੇਰੀ ਬੋਡੀ ਦੇ ਵਿੱਚ ਵਾਟਰ ਟੈਂਸ਼ਨ ਹੋ ਗਈ। ਬਟ ਫਿਰ ਵੀ ਮੈਂ ਕਿਸੇ ਵੀ ਤਰੀਕੇ ਆਪਣੇ ਆਪ ਨੂੰ, ਡਾਈਟ ਨੂੰ ਕੰਟਰੋਲ ਕਰਕੇ ਕੰਪੀਟ ਕੀਤਾ। ਜ਼ਿਆਦਾ ਪਰਹੇਜ਼ ਕਰਨ ਦੇ ਨਾਲ ਅਗਲੇ ਦਿਨ ਮੇਰੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਹੋ ਗਈ, ਮੇਰੇ ਕੋਲ ਪੇਨ ਬਰਦਾਸ਼ਤ ਤੋਂ ਬਾਹਰ ਹੋ ਗਈ, ਮਸਲ ਦੇ ਵਿੱਚ ਸਵੈਲਿੰਗ ਹੋ ਗਈ। ਸੋ ਮੈਨੂੰ ਨੈਕਸਟ ਡੇ ਹੀ ਬਾਰਸੀਲੋਨਾ ਦੇ ਵਿੱਚ ਹੌਸਪੀਟਲ 'ਚ ਐਡਮਿਟ ਹੋਣਾ ਪਿਆ। ਸੋ ਉਹਨਾਂ ਨੇ ਮੈਨੂੰ ਇਮੀਡੀਏਟਲੀ ਓਪਰੇਟ ਲਈ ਬੋਲ ਦਿੱਤਾ, ਬਟ ਮੈਂ ਉਸ ਟਾਈਮ 'ਤੇ ਓਪਰੇਟ ਨੂੰ ਡਿਲੇ ਕੀਤਾ। ਮੈਂ 4 ਦਿਨ ਬਾਅਦ ਇੰਡੀਆ ਵਾਪਸ ਆਇਆ। ਇੰਡੀਆ ਵਾਪਸ ਆ ਕੇ ਮੈਂ ਆਉਂਦੇ ਸਾਰ ਨੈਕਸਟ ਡੇ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਐਮਰਜੈਂਸੀ ਦੇ ਵਿੱਚ ਆਪਣੇ ਮਸਲ ਦਾ ਓਪਰੇਟ ਕਰਾਇਆ। ਸੋ ਇਸ ਤੋਂ ਇਲਾਵਾ ਵੀ ਕਾਫੀ ਜਿਵੇਂ ਪ੍ਰੋਬਲਮਸ ਆ ਜਾਂਦੀਆਂ ਮੈਂ, ਉਹ ਮੀਨਸ ਇਹ ਤੱਕ ਹੁਣ
ਜਿਵੇਂ ਕਿ ਜ਼ਿੰਦਗੀ ਦਾ ਗੇਮ ਦਾ ਹਿੱਸਾ ਹੀ ਬਣ ਚੁੱਕੀਆਂ ਨੇ। ਸੋ ਇਹਨਾਂ ਦੇ ਨਾਲ 2-4 ਹੁੰਦੇ ਰਹੀਦਾ। ਸੋ ਕਦੀ ਵੀ ਮੈਂ ਕਿਸੇ ਚੀਜ਼ ਨੂੰ ਐਕਸਕਿਊਜ਼ ਨਹੀਂ ਬਣਨ ਦਿੱਤਾ ਅੱਜ ਤੱਕ। ਵੱਡੀ ਤੋਂ ਵੱਡੀ ਮੁਸ਼ਕਿਲ ਆਈ ਹੋਊਗੀ, ਮੈਂ ਹਮੇਸ਼ਾ ਉਹਨੂੰ ਫੇਸ ਕਰਦਾ, ਉਹਦਾ ਹੱਲ ਕਰਦਾ, ਠੀਕ ਹੈ, ਅਤੇ ਅੱਗੇ ਨਿਕਲਦਾ। ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਨਸ਼ੇ ਦੇ ਵਿੱਚ ਗੁਲਤਾਨ ਹੁੰਦੇ ਜਾ ਰਹੇ ਨੇ? ਦੇਖੋ ਜੀ, ਤੁਹਾਡੀ ਸੁਸਾਇਟੀ ਹੀ ਤੁਹਾਡਾ ਇੱਕ ਕਿਰਦਾਰ ਦਾ ਉਜਾਗਰ ਕਰਦੀ ਆ। ਸੋ ਆਪਣੀ ਸੁਸਾਇਟੀ ਹੀ ਇੱਦਾਂ ਦੀ ਚੂਜ਼ ਕਰੋ ਜਿਹੜੀ ਤੁਹਾਨੂੰ ਹਮੇਸ਼ਾ ਸਹੀ ਰਾਹ 'ਤੇ ਪਾਏ। ਸੋ ਬਾਕੀ ਮੈਂ ਨੌਜਵਾਨਾਂ ਨੂੰ ਇਹੀ ਕਹੂੰਗਾ, ਤੁਸੀਂ ਜਿਹੜੀ ਵੀ ਗੇਮ 'ਚ ਇੰਟਰਸਟਿਡ ਹੋ, ਠੀਕ ਹੈ ਜੀ, ਉਹਨੂੰ ਐਜ਼ ਏ ਸ਼ੌਂਕੀਆ ਤੌਰ 'ਤੇ ਜ਼ਰੂਰ ਕਰੋ। ਡੇਲੀ ਆਪਣੀ ਗੇਮ ਨੂੰ ਟਾਈਮ ਦੇਵੋ, ਠੀਕ ਹੈ। ਇੱਕ ਗੇਮ ਖੇਡਣ ਵਾਲਾ ਬੰਦਾ ਹਮੇਸ਼ਾ ਪੋਜ਼ੀਟਿਵ ਹੀ ਸੋਚਦਾ। ਉਹ ਹਮੇਸ਼ਾ ਆਪਣੇ ਆਪ ਨੂੰ ਪੋਜ਼ੀਟਿਵ ਮਾਹੌਲ 'ਚ ਹੀ ਰੱਖਣਾ ਚਾਹੂਗਾ। ਉਹ ਹਮੇਸ਼ਾ ਚੰਗਾ ਖਾਣਾ ਚਾਹੂਗਾ। ਬਾਕੀ ਜਿੰਨੇ ਵੀ ਯੰਗਸਟਰ ਅੱਜ ਦੀ ਡੇਟ ਦੇ ਵਿੱਚ ਆਪਣੀ ਬਾਡੀ ਨੂੰ ਬਣਾਉਣਾ ਚਾਹੁੰਦੇ ਨੇ, ਠੀਕ ਹੈ ਜੀ, ਜਿਹੜੇ ਜਿੰਮਾਂ 'ਚ ਜਾਂਦੇ ਨੇ, ਆਪਣੇ ਵੱਲੋਂ ਪੂਰੀ ਮਿਹਨਤ ਵੀ ਕਰਦੇ ਨੇ, ਠੀਕ ਹੈ ਜੀ, ਬਟ ਉਹ ਬਾਡੀ ਨਹੀਂ ਬਣਾ ਪਾ ਰਹੇ। ਉਹਦਾ ਰੀਜ਼ਨ ਆ ਉਹਨਾਂ ਦੀ ਸੈਲਫ ਐਜੂਕੇਸ਼ਨ। ਤੁਸੀਂ ਬਾਡੀ ਬਿਲਡ ਕਰਨੀ ਹੈ, ਤੁਹਾਨੂੰ ਬੇਸਿਕ ਟ੍ਰੇਨਿੰਗ ਦੀ ਨੌਲੇਜ ਹੋਣੀ ਚਾਹੀਦੀ ਆ, ਤੁਹਾਨੂੰ ਬੇਸਿਕ ਡਾਈਟ ਦੀ ਨੌਲੇਜ ਹੋਣੀ ਚਾਹੀਦੀ ਆ। ਜਦੋਂ ਤੁਸੀਂ ਸੈਲਫ ਐਜੂਕੇਟ ਹੋ ਜਾਓਗੇ, ਤੁਸੀਂ ਕਦੇ ਵੀ ਗਲਤ ਟ੍ਰੇਨਿੰਗ ਨਹੀਂ ਕਰੋਗੇ, ਕਦੇ ਵੀ ਗਲਤ ਡਾਈਟ ਨਹੀਂ ਖਾਓਗੇ। ਸੋ ਅੱਜ ਕੱਲ੍ਹ ਕਾਫੀ ਪਲਾਨਸ ਅਵੇਲੇਬਲ ਨੇ, ਔਨਲਾਈਨ, ਆਫਲਾਈਨ, ਠੀਕ ਹੈ ਜੀ। ਤੁਸੀਂ ਸਿੰਪਲ ਜਿਹੇ ਪਲਾਨਸ ਇੱਕ ਵਾਰ ਕਰ ਲਓਗੇ, ਦੈਨ ਤੁਸੀਂ ਫੋਰਐਵਰ ਉਸ ਚੀਜ਼ ਦੇ ਅਕੋਰਡਿੰਗਲੀ ਚੱਲਦੇ ਜਾਓਗੇ। ਤੁਹਾਨੂੰ ਕੋਈ ਵੀ ਮਿਸਗਾਈਡ ਨਹੀਂ ਕਰ ਸਕਦਾ। ਇਹ ਤੁਹਾਡੇ ਲਈ ਬੜਾ ਵਧੀਆ ਹੋਊਗਾ, ਸਾਰੇ ਨੌਜਵਾਨਾਂ ਲਈ। ਸੋ ਅੱਜ ਦੀ ਡੇਟ 'ਚ ਜਿਹੜੀ ਕੰਪਲੇਂਟਸ ਨੇ ਜਿੰਮਾਂ ਦੇ ਵਿੱਚ ਜਾ ਕੇ ਮੋਸਟਲੀ ਯੰਗਸਟਰ ਨੂੰ ਫੇਸ ਕਰਨੀਆਂ ਪੈਂਦੀਆਂ ਨੇ, ਮਿਸਗਾਈਡੈਂਸ ਦੀਆਂ, ਕੁਛ ਗਲਤ ਰਿਕਮੈਂਡੇਸ਼ਨ ਉਹਨਾਂ ਦੇ ਕੋਚਾਂ ਦੁਆਰਾ ਹੁੰਦੀ ਆ, ਉਹ ਉਹਨਾਂ ਪਿੱਛੇ ਲੱਗ ਕੇ ਉਹ ਚੀਜ਼ਾਂ ਯੂਜ਼ ਕਰ ਲੈਂਦੇ ਨੇ, ਜਿਨ੍ਹਾਂ ਦੇ ਬਾਅਦ 'ਚ ਸਾਈਡ ਇਫੈਕਟਸ ਉਹਨਾਂ ਨੂੰ ਫੇਸ ਕਰਨੇ ਪੈਂਦੇ ਨੇ। ਸੋ ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਡਰੀਮ ਪੂਰਾ ਨਾ ਹੋਵੇ, ਤੁਸੀਂ ਆਪਣੇ ਆਪ ਨੂੰ ਪਹਿਲਾਂ ਹੀ ਸੈਲਫ ਐਜੂਕੇਟ ਕਰਕੇ ਉਸ ਤਰੀਕੇ ਨਾਲ ਚਲੋ, ਤਾਂ ਜੋ ਤੁਸੀਂ ਆਪਣੇ ਮੁਕਾਮ ਨੂੰ ਹਾਸਲ ਕਰ ਸਕੋ। ਅਮਨ ਜੀ, 28 ਇੰਟਰਨੈਸ਼ਨਲ ਤੁਸੀਂ ਜਿਹੜੇ ਆ ਮੈਡਲ ਲੈ ਕੇ ਆਏ, ਅੱਜ ਤੱਕ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਮਿਲਿਆ? ਦੇਖੋ ਜੀ, ਜੇ ਸਹਿਯੋਗ ਦੀ ਗੱਲ ਕਰੀਏ ਤਾਂ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ, ਸਾਰਿਆਂ ਦੇ ਹਾਲਾਤ ਜਿਹੜੇ ਨੇ ਜਗ ਜ਼ਾਹਿਰ ਨੇ, ਠੀਕ ਹੈ ਜੀ। ਮੀਨਜ਼ ਇੱਥੇ ਟੈਲੈਂਟ ਨੂੰ ਕੋਈ ਨਹੀਂ ਪੁੱਛਦਾ। ਸੋ ਮੈਨੂੰ ਵੀ ਇਹੋ ਹੀ ਸੀ ਵੀ ਜੇ ਮੈਂ ਕਿਸੇ ਕੋਲੋਂ ਹੈਲਪ ਦੀ ਜੇ ਗੁੰਜਾਇਸ਼ ਰੱਖਦਾ, ਅਤੇ ਮੈਨੂੰ ਪਤਾ ਉਹ ਸਿਰਫ ਇੱਕ ਸੁਪਨਾ ਹੀ ਰਹਿ ਜਾਣਾ। ਸੋ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਆਪਣੇ ਕਾਰੋਬਾਰ ਦੇ ਵਿੱਚ ਸੈਟਲ ਕੀਤਾ। ਮੈਨੂੰ ਪਹਿਲਾਂ ਇਹੋ ਹੀ ਸੀ ਵੀ ਮੈਂ ਆਪਣੇ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਸਟਰੋਂਗ ਕਰਾਂ, ਤਾਂ ਜੋ ਮੈਂ ਆਪਣੀ ਗੇਮ ਨੂੰ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਜਾਵਾਂ। ਸੋ ਉਸੇ ਅਕੋਰਡਿੰਗਲੀ ਮੈਂ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਆਪਣੇ ਕਾਰੋਬਾਰ ਤੋਂ। ਫਿਰ ਮੇਰੇ ਪੇਰੈਂਟਸ ਨੇ ਮੇਰੀ ਫਾਈਨੈਂਸ਼ੀਅਲੀ ਸਪੋਰਟ ਕੀਤੀ, ਠੀਕ ਹੈ ਜੀ। ਸਰਕਾਰ ਤੋਂ ਤਾਂ ਕੋਈ ਉਮੀਦ ਨਹੀਂ ਹੈ, ਬਟ ਇਹ ਆ ਵੀ ਫਿਰ ਵੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਇੱਕ ਐਪਰੀਸ਼ੀਏਸ਼ਨ ਵੀ ਕਦੀ ਨਹੀਂ ਮਿਲੀ ਮੈਨੂੰ, ਵੀ ਮੈਂ ਪੰਜਾਬ ਦਾ ਨਾਮ, ਇੰਡੀਆ ਦਾ ਨਾਮ ਪੂਰੇ ਵਰਲਡ ਦੇ ਵਿੱਚ ਫੇਮਸ ਕੀਤਾ। ਮੈਂ ਕਈ ਵਾਰ ਬਾਹਰ ਜਾ ਕੇ ਕੰਪੀਟ ਕਰਦਾ, ਮੈਨੂੰ UK ਦੇ ਵਿੱਚ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਮੀਨਜ਼ ਮੈਨੂੰ ਇੰਨਾ ਕਿ ਜ਼ਿਆਦਾ ਮੋਟੀਵੇਟ ਕਰਦੇ ਨੇ, ਆਪਣਾ ਪ੍ਰਾਊਡ ਫੀਲ ਕਰਦੇ ਨੇ ਉਹ। ਜਦ ਕਿ ਸਾਡੇ ਅਸੀਂ ਇੱਥੇ ਦੇਖੀਏ ਤਾਂ ਸਾਡੇ ਇੱਥੋਂ ਦੇ ਲੋਕਲਜ਼ ਸਾਡੇ ਕੋਈ ਸਪੋਰਟ ਨਹੀਂ ਕਰਦਾ ਇੱਥੇ ਕਿਸੇ ਨੂੰ। ਧੰਨਵਾਦ। ਸੋ ਇਹ ਸਨ ਸਾਡੇ ਨਾਲ ਅਮਨਦੀਪ ਸਿੰਘ ਜੀ, ਜਿਨ੍ਹਾਂ ਦੁਆਰਾ ਉਹਨਾਂ ਨੌਜਵਾਨਾਂ ਨੂੰ ਮੈਸੇਜ ਦਿੱਤਾ ਗਿਆ ਜੋ ਅੱਜ ਦੇ ਸਮੇਂ ਦੇ ਵਿੱਚ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ, ਔਰ ਕਿਤੇ ਨਾ ਕਿਤੇ ਸਰਕਾਰਾਂ ਤੋਂ ਵੀ ਗਿਲਾ ਕਰਦੇ ਦਿਖਾਈ ਦਿੱਤੇ ਨੇ, ਕਿਉਂਕਿ 28 ਇੰਟਰਨੈਸ਼ਨਲ ਮੈਡਲ ਇਹਨਾਂ ਵੱਲੋਂ ਜਿੱਤ ਕੇ ਦੇਸ਼ ਦੀ ਝੋਲੀ ਪਾਏ ਗਏ ਨੇ, ਪਰ ਅੱਜ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਕਿਸੇ ਵੀ ਸਰਕਾਰ ਵੱਲੋਂ ਆਣ ਕੇ ਇਹਨਾਂ ਦਾ ਮਾਣ ਸਨਮਾਨ ਨਹੀਂ ਕੀਤਾ ਗਿਆ। ਸੋ ਤੁਸੀਂ ਪੰਜਾਬ ਨਿਊਜ਼ ਦੇ ਨਾਲ ਜੁੜੇ ਹੋਏ ਸੀ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਦੀਪ ਅਰੋੜਾ।